ਤੁਸੀਂ ਸ਼ਬਦ ਵਰਤਿਆ ਸੀ ਔਰੰਗਜ਼ੇਬ ਦੀ ਸਰਕਾਰ, ਇਹ ਸ਼ਬਦ ਸੀ ਤੁਹਾਡਾ। ਤੁਹਾਨੂੰ ਲੱਗਦਾ ਇਹ ਤਿੱਖੇ ਸ਼ਬਦ ਨਹੀਂ ਵਰਤਣੇ ਚਾਹੀਦੇ? ਮੇਰੇ ਭਰਾ ਦੇ ਉੱਤੇ ਕੁਛ ਅਕਾਲੀ ਦਲ ਦੇ ਕੌਂਸਲਰਾਂ ਨੇ ਗੁੰਡਾਗਰਦੀ ਦੀ ਹੱਦ ਪਾਰ ਕਰਦਿਆਂ ਗੋਲੀਆਂ ਚਲਾਈਆਂ ਸੀ। ਪਾਰਟੀ 'ਚ ਕਹਿੰਦੇ ਸੀ ਤੂੰ ਅਲੱਗ ਹੋ ਜਾ, ਅੱਜ ਉਸੇ ਪਾਰਟੀ 'ਚੋਂ। ਨਹੀਂ, ਇਹ ਤਾਂ ਗੱਲ ਪਤਾ ਕੀ ਹੈ, ਇੱਕ ਵਿਚਾਰਧਾਰਾ ਹੁੰਦੀ ਹੈ, ਇੱਕ ਵਿਚਾਰਧਾਰਾ 'ਚੋਂ ਮੈਂ ਆਇਆ। ਆਰਐਸਐਸ ਦੀ ਇੱਕ ਵਿਚਾਰਧਾਰਾ ਸੀ, ਬੀਜੇਪੀ ਦੀ ਇੱਕ ਤੇ ਅਕਾਲੀ ਦਲ ਦੀ ਕੀ ਇੱਕ ਵਿਚਾਰਧਾਰਾ ਹੈ? ਤੁਸੀਂ ਅਕਾਲੀ ਦਲ 'ਚ ਆ ਗਏ। ਇਹ ਜੇ ਆਪਾਂ ਲੋਕਾਂ ਦੇ ਕੰਮ ਕਰਨੇ ਆ, ਜੇ ਲੋਕਾਂ ਦੇ ਆਪਾਂ ਇੱਛਾਵਾਂ ਦੀ ਪੂਰਤੀ ਕਰਨੀ ਹੈ, ਜੇ ਅਸੀਂ ਪੰਜਾਬ ਦੀ ਗੱਲ ਕਰਨੀ ਆ, ਤੇ ਜੇ ਕਿੱਥੇ ਡਿਫਰ ਹੋਇਆ ਵਾ ਉਸ ਪਾਰਟੀ ਦੇ ਵਿੱਚ, ਤੇ ਤਦ ਹੀ ਮੈਂ ਇੱਧਰ ਆਇਆ। ਵਿਚਾਰਧਾਰਾ ਇੱਕ ਸੰਸਕਾਰ ਹੁੰਦੇ ਅੰਦਰ, ਉਹ ਉਹੀ ਹੈ ਜੋ ਮੇਰੇ ਮਾਂ-ਬਾਪ ਨੇ ਦਿੱਤੇ, ਜੋ ਮੈਂ ਉਸ ਸੰਗਠਨ 'ਚੋਂ ਲਿਆ ਕਿ ਇਮਾਨਦਾਰੀ ਨਾਲ ਕੰਮ ਕਰਨਾ। ਤੁਸੀਂ ਜਿਵੇਂ ਅਨੰਦਪੁਰ ਦੇ ਮਤੇ ਦੀ ਆਲੋਚਨਾ ਕਰਦੀ ਸੀ ਬੀਜੇਪੀ ਉਸ ਦੌਰ 'ਚ, ਅਕਾਲੀ ਦਲ ਉਹਦਾ ਸਪੋਰਟਰ ਰਿਹਾ ਅਨੰਦਪੁਰ ਦੇ ਮਤੇ ਦਾ, ਹੁਣ ਤੁਸੀਂ ਅਨੰਦਪੁਰ ਦੇ ਮਤੇ ਦੇ ਸਪੋਰਟਰ ਹੋ ਜਾਂ? ਇੱਥੇ ਜਿਹੜੀ ਗੱਲ ਪੰਜਾਬ ਦੇ ਹੱਕ 'ਚ ਹੋਊਗੀ ਉਹਦੀ ਸਪੋਰਟ ਕਰੂੰਗਾ, ਜਿਹੜੀ ਪੰਜਾਬ ਦੇ ਹੱਕ 'ਚ ਗੱਲ ਨਹੀਂ ਹੋਊਗੀ, ਜਿਹੜੀ ਕੋਈ ਦਰਾਰ ਪਾਊਗੀ ਉਹਦੇ ਉੱਤੇ ਮੈਂ ਫਿਰ ਸਟੈਂਡ ਲਊਂਗਾ। ਮੈਂ ਜਿਹੜੀ ਗੱਲ ਅਨੰਦਪੁਰ ਦਾ ਮਤਾ ਦਰਾਰ ਪਾਉਂਦਾ ਹੈ, ਮੈਂ ਬਿਲਕੁਲ ਅਨੰਦਪੁਰ ਦਾ ਮਤਾ ਮੈਂ ਐ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੁਣ ਵੀ ਅੱਜ ਦੀ ਡੇਟ ਦੇ ਵਿੱਚ ਅਨੰਦਪੁਰ ਦੇ ਮਤੇ ਦੇ ਵਿੱਚ ਕੀ ਸੀਗਾ। ਬੀਜੇਪੀ 'ਚ ਹਿੰਦੂ ਨੇ ਉਹ ਕੌਣ ਨੇ? ਜਦੋਂ ਵਾਜਪਾਈ ਸਾਹਿਬ ਨੇ ਜਿਹੜੀ ਗੱਲ ਕਹੀ, ਇਹ ਪੋਲੀਟੀਕਲ ਸਮਝੌਤਾ ਨਹੀਂਗਾ। ਬੀਜੇਪੀ ਪੋਲੀਟੀਕਲ ਪਾਰਟੀ ਆ, ਧਰਮ ਨਹੀਂਗਾ ਹਿੰਦੂਆਂ ਦਾ। ਰਾਘਵ ਚੱਡਾ ਦੀ ਸਟੇਟਮੈਂਟ ਆਈ, ਉਹ ਕਹਿੰਦੇ ਵੀ ਅੰਦਰ ਖਾਤੇ ਸਮਝੌਤਾ ਬੀਜੇਪੀ ਤੇ ਅਕਾਲੀ ਦਲ ਦਾ, ਯਾਨੀ ਤੁਸੀਂ ਬੀਜੇਪੀ ਹੋ, ਉਹਨਾਂ ਨੇ ਇਹ ਕਿਹਾ। ਉਹਨਾਂ ਨੂੰ ਇੱਥੇ ਕਿਸੇ ਲੀਡਰ ਤੇ ਵਿਸ਼ਵਾਸ ਹੀ ਨਹੀਂ ਆ ਕਿ ਉਹ ਸਾਡੀ ਜਿਹੜੀ ਆ ਪ੍ਰੈਸ ਕਾਨਫਰੰਸ ਵੀ ਹੈਂਡਲ ਕਰ ਲੇ। ਉਹ ਵੀ ਉੱਥੋਂ ਲਿਆਉਣਾ ਪੈਂਦਾ ਰਾਘਵ ਚੱਡੇ ਨੂੰ। NGO ਦਾ ਪ੍ਰਧਾਨ ਆਪਾਂ ਆਖੀਏ ਵੀ CM ਬਣ ਜੇ ਤੇ ਪੰਜਾਬ ਚਲਾ ਲੇ, ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੀ ਕੋਈ ਆਲੋਚਨਾ ਕੀਤੀ ਨਹੀਂ, ਜਿਵੇਂ ਤੁਸੀਂ ਕੱਲ ਸ਼ਾਮਲ ਹੋਏ ਹੋ, ਕਾਂਗਰਸ ਦਾ ਇੱਕ ਵੀ ਕਮੈਂਟ ਨਹੀਂ। ਮੈਂ ਤਾਂ ਹੀ ਆਖਿਆ ਤੁਸੀਂ ਜਿਹਦੀ ਗੱਲ ਕਰੋਗੇ ਮੈਂ ਤਾਂ ਉਹਦੀ ਗੱਲ ਕਰੂੰਗਾ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਅਕਸਰ ਅਸੀਂ ਕਹਿੰਦੇ ਹਾਂ ਰਾਜਨੀਤੀ 'ਚ ਨਾ ਕੋਈ ਪੱਕਾ ਦੋਸਤ ਹੁੰਦਾ ਤੇ ਨਾ ਕੋਈ ਪੱਕਾ ਦੁਸ਼ਮਣ। ਅਨਿਲ ਜੋਸ਼ੀ ਕਦੇ ਬਾਦਲਾਂ ਦੇ ਖਿਲਾਫ ਸੀ, ਕਦੇ ਕਹਿੰਦੇ ਸੀ ਬੀਜੇਪੀ ਅਕਾਲੀ ਦਲ ਤੋਂ ਵੱਖ ਹੋਵੇ, ਤੇ ਹੁਣ ਖੁਦ ਅਕਾਲੀ ਦਲ 'ਚ ਸ਼ਾਮਲ ਹੋਏ ਨੇ। ਕਿਸਾਨ ਮੋਰਚੇ ਕਰਕੇ ਚਰਚਾ 'ਚ ਆਏ ਸੀ ਜਦੋਂ ਬੀਜੇਪੀ ਉਹਨਾਂ ਨੇ ਛੱਡੀ ਸੀ। ਅਨਿਲ ਜੋਸ਼ੀ ਅਕਾਲੀ ਦਲ 'ਚ ਸ਼ਾਮਲ ਹੋਏ ਨੇ। ਉਹਨਾਂ ਦਾ ਪਹਿਲਾ ਇੰਟਰਵਿਊ ਤੁਸੀਂ ਪ੍ਰੋ ਪੰਜਾਬ TV ਤੇ ਦੇਖ ਰਹੇ ਹੋ, ਸਾਡੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਜੋਸ਼ੀ ਜੀ, ਸੱਚੀ ਗੱਲ ਹੈ ਇਹ, ਰਾਜਨੀਤੀ 'ਚ ਨਾ ਕੋਈ ਪੱਕਾ ਦੋਸਤ ਨਾ ਕੋਈ ਪੱਕਾ ਦੁਸ਼ਮਣ? ਪਹਿਲਾਂ ਤਾਂ ਯਾਦਵਿੰਦਰ ਜੀ, ਪ੍ਰੋ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜੈ ਸ਼੍ਰੀ ਰਾਮ। ਬਾਕੀ ਬਿਲਕੁਲ ਇਹ ਵੀ ਨਹੀਂ ਹੈ, ਗੱਲ ਮੁੱਦਿਆਂ ਦੀ ਵੀ ਹੁੰਦੀ ਹੈ, ਕਿਉਂਕਿ ਮੈਂ ਆਪਣੇ ਮਨ ਦੀ ਗੱਲ ਕਦੀ ਦਬਾਈ ਨਹੀਂ। ਤੇ ਉਹਦਾ ਸ਼ੁਰੂ ਤੋਂ ਹੀ ਮੇਰਾ ਇਹ, ਜੇ ਮੈਂ MLA ਬਣਿਆ, ਮੈਂ ਮਿਨਿਸਟਰ ਬਣਿਆ, ਪਰ ਮੇਰਾ ਸੰਘਰਸ਼ ਦਾ ਨਾਤਾ ਮੇਰੇ ਨਾਲ ਕਦੀ ਟੁੱਟਾ ਨਹੀਂ। ਜਿੱਥੇ ਵੀ ਮੈਨੂੰ ਕੋਈ ਧੱਕਾ ਲੱਗਾ, ਜਿੱਥੇ ਵੀ ਕੋਈ ਮੈਨੂੰ ਇਸ਼ੂ ਆਇਆ ਜਿਹੜਾ ਨਹੀਂ ਸੋਲਵ ਹੁੰਦਾ ਪਬਲਿਕ ਇੰਟਰਸਟ ਦੇ, ਜਿੱਥੇ ਮੈਂ ਖੜਾ ਆਇਆ, ਜੇ ਉਹ ਸਿੰਪਲ ਤਰੀਕੇ ਨਾਲ ਨਹੀਂ ਹੱਲ ਹੋਇਆ ਤੇ ਫਿਰ ਮੈਂ ਉੱਥੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ। ਤੇ ਮੈਂ ਅੱਜ ਤੱਕ ਕਹਿ ਸਕਦਾ ਵਾਂ ਕਿ ਮੈਂ, ਕਿਉਂਕਿ ਹਰ ਕੰਮ ਮੈਂ ਨੀਤਨ ਕੀਤਾ, ਭਾਵੇਂ ਸੰਘਰਸ਼ ਵੀ ਸੀ, ਉਹਦੇ ਪਿੱਛੇ ਵੀ ਸੋਚ ਜਿਹੜੀ ਸੀ ਉਹ ਇਨਸਾਫ ਦਿਵਾਉਣ ਦੀ ਸੀ, ਸੋਚ ਜਿਹੜੀ ਸੀ ਲੋਕਾਂ ਦਾ ਕੰਮ ਕਰਾਉਣ ਦੀ ਸੀ। ਇਸ ਕਰਕੇ ਬਾਦਲ ਸਾਹਿਬ ਨੇ ਵੀ ਐਂਡ ਉਹ ਗੱਲਾਂ ਮੰਨੀਆਂ। ਸਰਕਾਰ ਦੇ ਵਿੱਚ ਕਿਉਂਕਿ ਰਹੇ ਆ, ਉਹ ਪਰਿਵਾਰ ਆ ਜਿਹਦੇ 'ਚ ਗਠਬੰਧਨ। ਪਰ ਤੁਹਾਡੇ ਯਾਦ ਆ ਤੁਸੀਂ ਸ਼ਬਦ ਵਰਤਿਆ ਸੀ ਔਰੰਗਜ਼ੇਬ ਦੀ ਸਰਕਾਰ, ਇਹ ਸ਼ਬਦ ਸੀ ਤੁਹਾਡਾ। ਤੁਹਾਨੂੰ ਲੱਗਦਾ ਇਹਨੇ ਤਿੱਖੇ ਸ਼ਬਦ ਨਹੀਂ ਵਰਤਣੇ ਚਾਹੀਦੇ? ਇਹ ਜਦੋਂ ਗੁੱਸਾ ਹੁੰਦਾ ਨਾ ਜੀ, ਉਦੋਂ ਇਹ ਗੱਲਾਂ ਨਿਕਲਦੀਆਂ। ਉਸ ਵੇਲੇ ਮੇਰੇ ਭਰਾ ਦੇ ਉੱਤੇ ਕੁਛ ਅਕਾਲੀ ਦਲ ਦੇ ਕੌਂਸਲਰਾਂ ਨੇ ਗੁੰਡਾਗਰਦੀ ਦੀ ਹੱਦ ਪਾਰ ਕਰਦਿਆਂ ਗੋਲੀਆਂ ਚਲਾਈਆਂ ਸੀ। ਉਸ ਵੇਲੇ ਮੈਂ ਗੱਲ ਕਹੀ ਸੀ, ਬਾਦਲ ਸਾਹਿਬ ਨੇ ਵੀ ਇਸ ਜਿਹੜੀ ਗੋਲੀਬਾਰੀ ਹੋਈ ਮੇਰੇ ਭਰਾ 'ਤੇ ਕੰਡੈਮ ਕੀਤੀ ਸੀ, ਤੇ ਅਖੀਰ 307 ਦਾ ਪਰਚਾ ਉਹਨਾਂ 'ਤੇ ਦਰਜ ਕੀਤਾ, ਜਿਹੜਾ ਅੱਜ ਵੀ ਚੱਲਦਾ ਪਿਆ। ਮੈਂ ਤਾਂ ਹੀ ਉਹ ਕਿਹਾ ਕਿ ਗੁੱਸੇ ਦੇ ਵਿੱਚ ਇਹ ਗੱਲਾਂ ਤਾਂ ਨਿਕਲ ਸਕਦੀਆਂ, ਪਰ ਪਰਿਵਾਰ ਉਹੀ ਆ ਜਿਹਦੇ 'ਚ ਮੈਂ ਬਾਅਦ ਦੇ ਵਿੱਚ ਵੀ ਕੈਬਨਿਟ ਦੇ ਵਿੱਚ ਲੰਬਾ ਕੰਮ ਕੀਤਾ, ਤੇ ਉਹਨਾਂ ਦੇ ਨਾਲ ਹੀ ਡਿਵੈਲਪਮੈਂਟ ਦੇ ਪ੍ਰੋਜੈਕਟ ਵੀ ਕੀਤੇ। ਤੁਸੀਂ ਉਹਨਾਂ ਲੀਡਰਾਂ 'ਚੋਂ ਵੀ ਰਹੇ ਹੋ ਜੋਸ਼ੀ ਜਿਹੜੇ ਕਹਿੰਦੇ ਹੁੰਦੇ ਸੀ ਅਕਾਲੀ ਦਲ ਤੋਂ ਵੱਖ ਵੀ ਹੋ ਜਾਣਾ ਚਾਹੀਦਾ ਗਾ। ਦੇਖੋ, ਇਹ ਕਨਸੈਂਸਸ ਪਾਰਟੀ ਦਾ ਰਿਹਾ, ਕਈ ਵਾਰੀ ਇੱਥੋਂ ਜਾਂਦੇ ਰਹੇ, ਪਰ ਇਹ ਹੈ ਕਿ ਉਹ ਕਦੀ ਅਸੀਂ ਉਹ ਪਾਵਰ ਦਿਖਾ ਨਹੀਂ ਪਾਏ ਬੀਜੇਪੀ ਵਾਲੇ ਉੱਥੇ ਜਾ ਕੇ ਸੈਂਟਰ ਦੇ ਵਿੱਚ ਵੀ ਅਸੀਂ ਇਕੱਲੇ ਲੜਨ ਦੇ ਕਾਬਲ ਹਾਂ। ਇਸ ਕਰਕੇ ਉਹ ਗੱਲਾਂ ਦਾ ਕੋਈ ਮਾਇਨਾ ਰਿਹਾ ਨਹੀਂ ਸੀ। ਇੱਕ ਵਾਰ ਟਾਈਮ ਤੇ ਤਾਂ ਸਾਰਿਆਂ ਦਾ ਹੀ ਇਹ ਸੀਗੀ, ਸਾਰੀਆਂ ਪਾਰਟੀਆਂ। ਮੈਂ ਕਹਿ ਰਿਹਾ ਜਿਹੜੀ ਪਾਰਟੀ 'ਚ ਕਹਿੰਦੇ ਸੀ ਤੂੰ ਅਲੱਗ ਹੋ ਜਾ, ਅੱਜ ਉਸੇ ਪਾਰਟੀ 'ਚੋਂ। ਨਹੀਂ, ਇਹ ਤਾਂ ਗੱਲ ਪਤਾ ਕੀ ਹੈ, ਇੱਕ ਵਿਚਾਰਧਾਰਾ ਹੁੰਦੀ ਹੈ, ਇੱਕ ਵਿਚਾਰਧਾਰਾ 'ਚੋਂ ਮੈਂ ਆਇਆ। ਮੈਂ ਕੱਲ ਸਟੇਜ ਤੇ ਵੀ ਇਹੀ ਗੱਲ ਕਹੀ ਸੀ ਕਿ ਜਿੰਨਾ ਚਿਰ ਬੀਜੇਪੀ 'ਚ ਰਿਹਾ
ਹਰ ਹੱਦ ਤੱਕ ਹਰ ਮੁਸ਼ਕਲ ਸਹਿੰਦਿਆਂ ਹੋਇਆਂ ਮੈਂ ਬੀਜੇਪੀ ਦਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਥੋਂ ਕੀਤੀ ਰਾਜਨੀਤੀ ਦਿਲੋਂ, ਤੇ ਹਰ ਮੁੱਦੇ ਦੇ ਉੱਤੇ ਖੜਾ ਹੋਇਆ। ਮੈਂ ਕੱਲ ਸਟੇਜ ਤੇ ਵੀ, ਕਿਉਂਕਿ ਸਾਰੀ ਲੀਡਰਸ਼ਿਪ ਬੈਠੀ, ਤੁਸੀਂ ਦੇਖਿਆ ਹੋਊਗਾ, ਉੱਥੇ ਹੀ ਕਿਹਾ ਵੀ ਭਾਵੇਂ ਬਾਦਲ ਸਾਹਿਬ ਸੀਗੇ, ਭਾਵੇਂ ਡਿਪਟੀ ਸੀਐਮ ਸੁਖਬੀਰ ਜੀ ਸੀਗੇ, ਮੈਂ ਜਦੋਂ ਕੋਈ ਮੁੱਦਾ ਆਉਂਦਾ ਸੀ ਮੈਨੂੰ ਟਕਰਾਉਣਾ ਪੈਂਦਾ ਸੀ, ਸਾਹਮਣੇ ਖੜਾ ਹੋਣਾ ਪੈਂਦਾ ਸੀ, ਤੇ ਮੈਂ ਹੁੰਦਾ ਸੀ। ਪਰ ਮੈਂ ਕਿਉਂਕਿ ਪਬਲਿਕ ਇੰਟਰਸਟ ਜਾਂਦਾ ਸੀ ਹਮੇਸ਼ਾ, ਮੈਂ ਲੋਕਾਂ ਦੇ ਇਨਸਾਫ ਵਾਸਤੇ ਜਾਂਦਾ ਸੀ ਹਮੇਸ਼ਾ, ਮੈਂ ਆਪਣੇ ਇੰਟਰਸਟ ਵਾਸਤੇ ਇੱਕ ਸਿੰਗਲ ਵਾਰੀ ਕੋਈ ਕੰਮ ਲੈ ਕੇ ਉਹਨਾਂ ਕੋਲ ਨਹੀਂ ਗਿਆ। ਇਸ ਕਰਕੇ ਉਹ ਮੇਰਾ ਮਿਸ਼ਨ ਪੂਰਾ ਵੀ ਹੁੰਦਾ ਸੀ। ਇਸ ਕਰਕੇ ਇਹ ਕਹਿੰਦਾ ਵਿਚਾਰਧਾਰਾ ਦੀ ਗੱਲ ਕੀਤੀ, ਵਿਚਾਰਧਾਰਾ ਜਿਹੜੀ ਵੱਖਰੀ, ਵਿਚਾਰਧਾਰਾ ਠੀਕ ਹੈ, ਆਰਐਸਐਸ ਦੀ ਇੱਕ ਵਿਚਾਰਧਾਰਾ ਸੀ, ਬੀਜੇਪੀ ਦੀ ਇੱਕ, ਤੇ ਅਕਾਲੀ ਦਲ ਦੀ ਕੀ ਇੱਕ ਵਿਚਾਰਧਾਰਾ ਹੈ? ਤੁਸੀਂ ਅਕਾਲੀ ਦਲ ਚ ਆ ਗਏ, ਮੈਂ ਵਿਚਾਰਧਾਰਾ ਬਦਲ ਗਈ ਜਾਂ ਤੁਹਾਡੀ ਉਹੀ ਹੈ? ਜਿਸ ਵਿਚਾਰਧਾਰਾ ਦੇ ਵਿੱਚੋਂ ਮੈਂ ਕਿਹਾ ਮੈਂ ਆਇਆ, ਉੱਥੇ ਮੈਂ ਪੰਜਾਬ ਦੀ ਗੱਲ, ਜੇ ਮੈਂ ਪਹਿਲਾਂ ਸੰਘਰਸ਼ ਕਰਦਾ ਰਿਹਾ ਪਾਰਟੀ ਵਾਸਤੇ, ਤੇ ਉਦੋਂ ਵੀ ਮੈਂ ਮਨ ਦੀ ਗੱਲ ਸੁਣਦਾ ਰਿਹਾ। ਜਦੋਂ ਮੈਂ ਕਿਸਾਨਾਂ ਦੀ ਆਵਾਜ਼ ਉਠਾਈ ਉਦੋਂ ਵੀ ਮੈਂ ਆਪਣੇ ਮਨ ਦੀ ਗੱਲ ਸੁਣੀ, ਉਦੋਂ ਵੀ ਮੈਂ ਆਪਣੀ ਜ਼ਮੀਰ ਨੂੰ ਮਾਰ ਨਹੀਂ ਸਕਿਆ। ਜੇ ਮੈਂ ਪਹਿਲਾਂ ਸਟੈਂਡ ਲੈਂਦਾ ਸੀ ਆਪਣੇ ਵਰਕਰ ਪਿੱਛੇ, ਆਪਣੇ ਲੋਕਾਂ ਦੇ, ਸ਼ਹਿਰੀਆਂ ਦੇ ਮੁੱਦਿਆਂ ਪਿੱਛੇ, ਵਪਾਰੀਆਂ ਦੇ, ਇੰਡਸਟਰੀਸਟਾਂ ਦੇ, ਤੇ ਉਦੋਂ ਵੀ ਜੇ ਮੈਂ ਆਪਣੀ ਜ਼ਮੀਰ ਨੂੰ ਨਹੀਂ ਦਬਾ ਨਹੀਂ ਸੀ ਸਕਦਾ ਤੇ ਖੁੱਲ੍ਹ ਕੇ ਅੱਗੇ ਖਲੋਂਦਾ ਸੀ। ਅਕਾਲੀ ਦਲ ਚੋਣ ਦਾ ਫੈਸਲਾ ਰਾਜਨੀਤਿਕ ਆ ਜਾਂ ਵਿਚਾਰਧਾਰਕ ਆ? ਦੇਖੋ, ਇਹ ਜੇ ਆਪਾਂ ਲੋਕਾਂ ਦੇ ਕੰਮ ਕਰਨੇ ਆ, ਜੇ ਲੋਕਾਂ ਦੇ ਆਪਾਂ ਇੱਛਾਵਾਂ ਦੀ ਪੂਰਤੀ ਕਰਨੀ ਹੈ, ਜੇ ਅਸੀਂ ਪੰਜਾਬ ਦੀ ਗੱਲ ਕਰਨੀ ਆ, ਤੇ ਜੇ ਕਿੱਥੇ ਡਿਫਰ ਹੋਇਆ ਵਾ ਉਸ ਪਾਰਟੀ ਦੇ ਵਿੱਚ, ਤੇ ਤਦ ਹੀ ਮੈਂ ਇੱਧਰ ਆਇਆ ਕਿ ਮੈਂ ਕਹਿੰਦਾ ਤੁਹਾਡੀ ਵਿਚਾਰਧਾਰਾ ਬਦਲ ਗਈ। ਮੰਨ ਲਓ ਇੱਕ ਤੁਹਾਡੀ ਵਿਚਾਰਧਾਰਾ ਅਕਾਲੀ ਦਲ ਦੀ ਹੈ। ਵਿਚਾਰਧਾਰਾ ਇੱਕ ਸੰਸਕਾਰ ਹੁੰਦੇ ਅੰਦਰ, ਉਹ ਉਹੀ ਹੈ ਜੋ ਮੇਰੇ ਮਾਂ-ਬਾਪ ਨੇ ਦਿੱਤੇ, ਜੋ ਮੈਂ ਉਸ ਸੰਗਠਨ 'ਚੋਂ ਲਏ, ਕਿ ਇਮਾਨਦਾਰੀ ਨਾਲ ਕੰਮ ਕਰਨਾ, ਲੋਕਾਂ ਦੀ ਗੱਲ ਕਰਨੀ। ਜੇ ਅਸੀਂ ਸੋਸ਼ਲ ਲਾਈਫ 'ਚ ਹਾਂ ਤੇ ਲੋਕ ਹੀ ਰੱਬ ਹੁੰਦੇ ਆ, ਜੇ ਅਸੀਂ ਪੋਲੀਟਿਕਸ 'ਚ ਹਾਂ ਤੇ ਰਾਜਨੀਤੀ ਦੇ ਵਿੱਚ, ਲੋਕਤੰਤਰ ਵਿੱਚ ਲੋਕ ਹੀ ਰੱਬ ਹੁੰਦੇ ਆ। ਲੋਕਾਂ ਦੀ ਗੱਲ ਸੁਣਨੀ ਤੇ ਵਿਚਾਰਧਾਰਾ ਅਸਲੀ ਸਾਡੀ ਇਹ ਹੈ। ਸੰਸਕਾਰ ਇੱਕ ਅਲੱਗ ਆ, ਉਹ ਮੈਂ ਇੱਥੇ ਰਹੂੰਗਾ, ਮੇਰੇ ਸੰਸਕਾਰ ਮੈਂ ਤਾਂ ਕਹਿੰਦਾ ਵਿਚਾਰਧਾਰਾ ਦਾ ਮਤਲਬ ਕੀ ਹੁੰਦਾ? ਮੇਰੀ ਗੱਲ ਤੁਸੀਂ ਜਿਵੇਂ ਅਨੰਦਪੁਰ ਦੇ ਮਤੇ ਦੀ ਆਲੋਚਨਾ ਕਰਦੀ ਸੀ ਬੀਜੇਪੀ ਉਸ ਦੌਰ 'ਚ, ਅਕਾਲੀ ਦਲ ਉਹਦਾ ਸਪੋਰਟਰ ਰਿਹਾ ਅਨੰਦਪੁਰ ਦੇ ਮਤੇ ਦਾ, ਹੁਣ ਤੁਸੀਂ ਅਨੰਦਪੁਰ ਦੇ ਮਤੇ ਦੇ ਸਪੋਰਟਰ ਹੋ? ਜਾਂ ਮੈਂ ਜਿੱਥੇ ਜਿਹੜੀ ਗੱਲ ਪੰਜਾਬ ਦੇ ਹੱਕ 'ਚ ਹੋਊਗੀ ਉਹਦੀ ਸਪੋਰਟ ਕਰੂੰਗਾ, ਜਿਹੜੀ ਪੰਜਾਬ ਦੇ ਹੱਕ 'ਚ ਗੱਲ ਨਹੀਂ ਹੋਊਗੀ, ਜਿਹੜੀ ਕੋਈ ਦਰਾਰ ਪਾਊਗੀ, ਉਹਦੇ ਉੱਤੇ ਮੈਂ ਫਿਰ ਸਟੈਂਡ ਲਊਂਗਾ। ਮੈਂ ਜਿਹੜੀ ਗੱਲ ਅਨੰਦਪੁਰ ਦਾ ਮਤਾ ਦਰਾਰ ਪਾਉਂਦਾ ਹੈ, ਮੈਂ ਬਿਲਕੁਲ ਅਨੰਦਪੁਰ ਦਾ ਮਤਾ ਮੈਂ ਐ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੁਣ ਵੀ ਅੱਜ ਦੀ ਡੇਟ ਦੇ ਵਿੱਚ ਅਨੰਦਪੁਰ ਦੇ ਮਤੇ ਦੇ ਵਿੱਚ ਕੀ ਸੀਗਾ ਨਾ। ਅਸੀਂ ਉਸ ਟਾਈਮ ਦੇ ਉੱਤੇ ਸਾਡੀ ਪੋਲੀਟਿਕਸ ਸ਼ੁਰੂ ਹੋਈ ਸੀ ਜਦੋਂ ਅਨੰਦਪੁਰ ਦਾ ਮਤਾ ਆਇਆ ਸੀ। ਜਿਹੜੀ ਗੱਲ ਪੰਜਾਬ ਨੂੰ ਸਟਰੋਂਗ ਕਰੂਗੀ, ਭਾਈਚਾਰੇ ਨੂੰ ਇਕੱਠਾ ਰੱਖੂਗੀ, ਜਿਹੜੀ ਗੱਲ ਪੰਜਾਬ ਦੀ ਸ਼ਾਂਤੀ ਵਾਸਤੇ ਜ਼ਰੂਰੀ ਹੋਊਗੀ, ਉਹਦੇ ਵਾਸਤੇ ਸਟੈਂਡ ਲਊਂਗਾ। ਤੇ ਇਹੀ ਗੱਲਾਂ ਮੈਂ ਪੁੱਛਦਾ, ਕੀ ਵਿਚਾਰਧਾਰਕ ਹਿਰਦੇ ਪਰਿਵਰਤਨ ਹੋ ਜਾਂਦਾ ਹੈ? ਜਿਵੇਂ ਮੰਨ ਲਓ ਤੁਹਾਡੀ ਇੱਕ ਵਿਚਾਰਧਾਰਾ ਰਹੀ, ਆਰਐਸਐਸ 'ਚ ਰਹੇ ਤੁਸੀਂ, ਹੈ ਨਾ, ਵਿਸ਼ਵ ਹਿੰਦੂ ਪਰਿਸ਼ਦ ਨਾ ਰਹੇ, ਬੀਜੇਪੀ ਨਾ ਰਹੇ, ਉਹਦੀ ਇੱਕ ਵਿਚਾਰਧਾਰਾ, ਇੱਕ ਅਕਾਲੀ ਦਲ ਦੀ ਵਿਚਾਰਧਾਰਾ ਜਿਹੜੀ ਸਿੱਖਾਂ ਨੂੰ ਮੁੱਖ ਰੱਖ ਕੇ ਆਪਣੀ ਰਾਜਨੀਤੀ ਕਰਦੀ ਰਹੀ, ਇਹ ਹੁਣ ਹਿਰਦੇ ਪਰਿਵਰਤਨ ਹੋ ਜਾਂਦਾ ਜਾਂ ਨਹੀਂ? ਕੱਲ ਸਟੇਜ ਤੋਂ ਕੀ ਕਿਹਾ ਤੁਸੀਂ ਸੁਣਿਆ? ਵੀ ਬਾਦਲ ਸਾਹਿਬ ਦਾ ਜਿਹੜਾ, ਮੈਂ ਬਾਦਲ ਸਾਹਿਬ ਦੀ ਗੱਲ ਤੇ ਜਾਣਾ, ਬਾਦਲ ਸਾਹਿਬ ਦਾ ਪਹਿਲੇ ਦਿਨ ਤੋਂ ਮੁੱਖ ਏਜੰਡਾ, ਜਦੋਂ ਵਾਜਪਾਈ ਸਾਹਿਬ ਨੇ ਬਾਦਲ ਸਾਹਿਬ ਦੇ ਨਾਲ ਜਿਹੜਾ ਇਹ ਰਿਸ਼ਤਾ ਬਣਾਇਆ ਸੀ, ਅਨਕੰਡੀਸ਼ਨਲ ਸਮਝੌਤਾ ਹੋਇਆ, ਇਹ ਸਮਝੌਤਾ ਕੀਤਾ ਸੀ, ਉਹਨਾਂ ਨੇ ਵੀ ਉਦੋਂ ਇਹੀ ਕਿਹਾ ਸੀ ਇਹ ਸਮਝੌਤਾ ਜਿਹੜਾ ਵਾ ਇਹ ਪੋਲੀਟੀਕਲ ਸਮਝੌਤਾ ਨਹੀਂਗਾ, ਇਹ 9 ਮਾਸ ਦੇ ਰਿਸ਼ਤੇ ਨੂੰ ਪ੍ਰੂਵ ਕਰੂਗਾ। ਤੇ ਜਦੋਂ ਅੱਤਵਾਦ ਤੋਂ ਬਾਅਦ ਜੋ ਵਾਤਾਵਰਨ ਬਣਿਆ ਸੀ ਬਾਹਰ ਸਿੱਖਾਂ ਪ੍ਰਤੀ, ਮਨਾਂ ਦੇ ਵਿੱਚ ਖਟਾਸ, ਪੰਜਾਬ ਦੇ ਵਿੱਚ ਡਰ ਹਿੰਦੂਆਂ ਦੇ ਵਿੱਚ, ਉਹ ਚੀਜ਼ ਜਿਹੜੀ ਆ ਉਹ ਉਸੇ ਮੈਸੇਜ ਦੇ ਨਾਲ ਜਿਹੜਾ ਹਿੰਦੂ ਸਿੱਖ ਦਾ 9 ਮਾਸ ਦੇ ਰਿਸ਼ਤੇ ਦਾ ਜਿਹੜਾ ਇਹ ਸਮਝੌਤਾ ਉਹਨਾਂ ਨੇ ਕੀਤਾ ਸੀ, ਉਹ ਪ੍ਰੂਵ ਹੋਇਆ। ਤੇ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਵਿੱਚ ਪੂਰੀ ਉਹੀ 9 ਮਾਸ ਦਾ ਰਿਸ਼ਤਾ ਜਿਹੜਾ ਵਾ ਨਾ, ਉਹ ਅਸੀਂ ਫਿਰ ਬਣਾਉਣ ਵਾਸਤੇ ਬੀਜੇਪੀ ਨੀਲ ਜੋਸ਼ੀ ਨੂੰ ਮੰਨੀ ਹੈ। ਬੀਜੇਪੀ ਦਾ ਨਹੀਂ ਮਤਲਬ ਨਹੀਂ ਸੀ, ਮਤਲਬ ਤੇ ਹਿੰਦੂ ਸਿੱਖ ਦਾ ਉਹਨਾਂ ਨੇ, ਤੁਹਾਨੂੰ ਇਸ ਗੱਲ ਤੇ ਨਹੀਂ ਜਾਂਦੇ, ਉਹਨਾਂ ਨੇ ਕਿਹਾ ਜਿਹੜੇ ਬੀਜੇਪੀ 'ਚ ਹਿੰਦੂ ਨੇ ਉਹ ਕੌਣ ਨੇ? ਜਦੋਂ ਵਾਜਪਾਈ ਸਾਹਿਬ ਨੇ ਜਿਹੜੀ ਗੱਲ ਕਹੀ, ਇਹ ਪੋਲੀਟੀਕਲ ਸਮਝੌਤਾ ਨਹੀਂਗਾ, ਇਹ ਹਿੰਦੂ ਸਿੱਖ ਦਾ 9 ਮਾਸ ਦੇ ਰਿਸ਼ਤੇ ਨੂੰ ਪ੍ਰੂਵ ਕਰੂਗਾ, ਉਹ ਪ੍ਰੂਵ ਹੋਇਆ। ਮੈਂ ਕਹਿੰਦਾ ਠੀਕ ਆ ਤੁਹਾਡੀ ਗੱਲ, ਹੁਣ ਤੇ ਟੁੱਟ ਗਿਆ ਨਾ, 9 ਮਾਸ ਦਾ ਰਿਸ਼ਤਾ ਟੁੱਟ ਗਿਆ। 9 ਮਾਸ ਦਾ ਪੋਲੀਟੀਕਲ, ਉਹ ਤੇ ਪੋਲੀਟੀਕਲ ਰਿਸ਼ਤਾ ਟੁੱਟਾ, 9 ਮਾਸ ਦਾ ਰਿਸ਼ਤਾ ਅਸੀਂ ਨਹੀਂ ਟੁੱਟਣ ਦੇਵਾਂਗੇ। ਅਸੀਂ ਇਸੇ ਕਰਕੇ ਸਟੇਜ ਤੇ ਹਾਂ। ਨਹੀਂ, ਤੁਸੀਂ ਇਹਦਾ ਮਤਲਬ ਤੁਸੀਂ ਬੀਜੇਪੀ ਹੋ ਜਾਂ ਬੀਜੇਪੀ ਜਿਹੜੇ ਹਿੰਦੂ ਨੇ? ਉਹ ਬੀਜੇਪੀ ਸੀਗਾ ਮੈਂ, ਬੀਜੇਪੀ ਜਿਹੜੇ ਹਿੰਦੂ ਨੇ, ਬੀਜੇਪੀ ਹਿੰਦੂ ਦਾ ਧਰਮ ਨਹੀਂਗਾ, ਪਰ ਉਹ ਆਲੋਚਨਾ ਕਰਦੇ ਆ। ਬੀਜੇਪੀ ਪੋਲੀਟੀਕਲ ਪਾਰਟੀ ਆ, ਧਰਮ ਨਹੀਂਗਾ ਹਿੰਦੂਆਂ ਦਾ। ਹਿੰਦੂ ਜਦੋਂ ਆਪਾਂ ਗੱਠਜੋੜ ਦੀ ਗੱਲ ਕਰਦੇ ਆ ਕਿ 9 ਮਾਸ ਦਾ ਰਿਸ਼ਤਾ ਹੈਗਾ, ਉਦੋਂ ਦੀ ਗੱਲ ਕਰਦਾ ਮੈਂ। ਉਦੋਂ ਜਿਹੜੇ ਉੱਥੇ ਹਿੰਦੂ ਨੇ ਉਹਨਾਂ ਬਾਰੇ ਕੀ ਕਹੋਗੇ ਫਿਰ? ਨਹੀਂ ਤੇ ਉਹ ਵੀ ਚਾਹੁੰਦੇ ਹਿੰਦੂ ਜਿਹੜਾ 9 ਮਾਸ ਦਾ ਰਿਸ਼ਤਾ ਕਾਇਮ ਰਹਿਣਾ ਚਾਹੀਦਾ। ਜੇ ਬੀਜੇਪੀ ਇੱਕ ਮੁੱਦੇ ਦੇ ਉੱਤੇ ਅਲੱਗ ਹੋਈ ਹੈ, ਪੰਜਾਬ ਦੇ ਮੁੱਦਿਆਂ ਤੋਂ ਅਲੱਗ ਹੋਈ ਆ, ਤੇ ਬਹੁਤ ਸਾਰੇ ਲੋਕਾਂ ਦੇ, ਮੈਂ ਕਿਹਾ 90% ਸਾਡੇ ਬੀਜੇਪੀ ਦਾ ਕਾਰਜਕਰਤਾ ਅੱਜ ਇਹ ਚਾਹੁੰਦਾ
ਵੀ ਪੰਜਾਬ ਦੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ। ਪੰਜਾਬ ਦਾ ਮੁੱਦਾ ਉਹ ਸਾਡਾ ਭਾਈਚਾਰਾ ਉਹਨਾਂ ਨਾਲ, ਸਾਡਾ ਵਪਾਰ ਸਾਂਝਾ, ਸਾਡੇ ਰਿਸ਼ਤੇ ਆ ਉਹਨਾਂ ਨਾਲ, ਰੋਟੀ ਬੇਟੀ ਦੇ ਰਿਸ਼ਤੇ ਆ, ਸਾਡਾ ਜਿਹੜਾ ਸੁਹਾਰਦ ਆ ਉਹ ਇਸੇ ਗੱਲ ਨਾਲ ਜੁੜਿਆ। ਤੇ ਅੱਜ ਤਦ ਹੀ ਕਿਹਾ ਨਾ ਬੀਜੇਪੀ ਦਾ 90% ਵਰਕਰ ਅੱਜ ਵੀ ਚਾਹੁੰਦਾ ਉਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ। ਇਸੇ ਕਰਕੇ ਇਹ ਸਾਰੀ ਜਿਹੜੀ ਆ ਮੈਨੂੰ ਪਾਰਟੀ ਚੋਂ ਕੱਢਿਆ ਗਿਆ। ਮੈਂ ਤਾਂ ਕਹਿ ਰਿਹਾਗਾ, ਕੱਲ ਰਾਘਵ ਚੱਡਾ ਦੀ ਸਟੇਟਮੈਂਟ ਆਈ, ਉਹ ਕਹਿੰਦੇ ਵੀ ਅੰਦਰ ਖਾਤੇ ਸਮਝੌਤਾ ਬੀਜੇਪੀ ਤੇ ਅਕਾਲੀ ਦਲ ਦਾ, ਯਾਨੀ ਤੁਸੀਂ ਬੀਜੇਪੀ ਹੋ, ਉਹਨਾਂ ਨੇ ਇਹ ਕਿਹਾ। ਦੇਖੋ ਆਪਾਂ ਰਾਘਵ ਚੱਡੇ ਦੀ ਗੱਲ ਨੂੰ ਕਿੰਨਾ ਕੁ ਆਪਾਂ ਜਿਹੜਾ ਵਾ ਉਹ ਵੇਟੇ ਦੇਵਾਂਗੇ। ਜਿਨ੍ਹਾਂ ਲੋਕਾਂ ਕੋਲ ਪੋਲੀਟੀਕਲ ਪਾਰਟੀ ਦਾ ਇੰਚਾਰਜ ਇੱਕ ਆਮ ਸਧਾਰਨ ਐਮਐਲਏ ਦਿੱਲੀ ਚੋਂ ਆ ਕੇ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰਨੀ ਹੋਵੇ ਉਹ ਅਟੈਂਡ ਕਰਦਾ, ਉਸ ਪੋਲੀਟੀਕਲ ਪਾਰਟੀ ਦਾ ਕਿੰਨਾ ਕੁ ਇੱਥੇ ਆਧਾਰ ਆ ਕਿ ਜਿਨ੍ਹਾਂ ਨੂੰ ਉਹਨਾਂ ਨੂੰ ਇੱਥੇ ਕਿਸੇ ਲੀਡਰ ਤੇ ਵਿਸ਼ਵਾਸ ਹੀ ਨਹੀਂ ਆ ਕਿ ਉਹ ਸਾਡੀ ਜਿਹੜੀ ਆ ਪ੍ਰੈਸ ਕਾਨਫਰੰਸ ਵੀ ਹੈਂਡਲ ਕਰ ਲੇ। ਉਹ ਵੀ ਉੱਥੋਂ ਲਿਆਉਣਾ ਪੈਂਦਾ ਰਾਘਵ ਚੱਡੇ ਨੂੰ। ਰਾਘਵ ਚੱਡਾ ਇਹਨਾਂ ਨੂੰ ਵੱਡਾ ਲੀਡਰ ਹੈ ਭਗਵੰਤ ਮਾਨ ਜੀ ਨਾਲ, ਜਿਹੜਾ ਚੀਮਾ ਇਹਨਾਂ ਦਾ ਵਿਧਾਇਕ ਦਲ ਦਾ ਨੇਤਰ, ਉਹਨਾਂ ਨੂੰ ਵੱਡਾ। ਇਸੇ ਕਰਕੇ ਉਹਨਾਂ ਦਾ ਕੋਈ ਆਧਾਰ ਨਹੀਂ ਗਾ, ਨਾ ਤੇ ਉਹਨਾਂ ਦਾ ਕੈਡਰ ਆ, ਨਾ ਉਹਨਾਂ ਨੇ ਕੋਈ ਲੀਡਰ ਪਨਪਨ ਦਿੱਤਾ। ਜਿਹੜੇ ਗਏ ਉਹ ਵਾਪਸ ਆ ਗਏ। ਧਰਮਵੀਰ ਗਾਂਧੀ ਕੀ ਉਹਨਾਂ ਦੇ ਵਿੱਚ ਨੁਕਸਿਆ, ਉਹ ਵਾਪਸ ਆ ਗਏ। ਫੂਲਕਾ ਸਾਹਿਬ ਐਡੇ ਵੱਡੇ ਵਕੀਲ ਜਿਨ੍ਹਾਂ ਨੇ ਪੰਜਾਬ ਦੇ ਸਿੱਖਾਂ ਦਾ ਜਿਹੜਾ 84 ਵਾਲਾ ਕੇਸ ਲੜਿਆ, ਉਹ ਵਾਪਸ ਆ ਗਏ। ਖਾਲਸਾ ਵਾਪਸ ਆ ਗਏ, ਛੋਟੇਪੁਰ ਵਾਪਸ ਆ ਗਏ, ਘੁੱਗੀ ਵਾਪਸ ਆ ਗਏ। ਉਸ ਤੋਂ ਬਾਅਦ ਖਹਿਰਾ ਸਾਹਿਬ ਗਏ, ਉਹ 2-3 ਐਮਐਲਏ ਨਾਲ ਵਾਪਸ ਆ ਗਏ। ਉਹਨਾਂ ਦੀ ਗੱਲ ਦਾ ਜਵਾਬ ਕੀ ਹੈ? ਉਹ ਤਾਂ ਠੀਕ ਹੈ ਤੁਹਾਡੀ, ਉਹਨਾਂ ਦੀ ਗੱਲ ਦਾ ਜਵਾਬ ਕੀ ਹੈ? ਉਹਦੀ ਗੱਲ ਦਾ ਜਵਾਬ ਇਹੀ ਆ ਵੀ ਅਨਿਲ ਜੋਸ਼ੀ ਤੇ ਕੇਜਰੀਵਾਲ ਨੂੰ ਵੀ ਮਿਲ ਕੇ ਆਇਆ ਸੀ। ਤੇ ਜਦੋਂ ਬੰਦੇ ਕੋਈ ਏਜੰਡਾ ਹੀ ਨਹੀਂ, ਕੋਈ ਜਦੋਂ ਬੰਦੇ ਦੇ ਕੋਲ ਕੋਈ ਪਲਾਨ ਹੀ ਨਹੀਂ ਪੰਜਾਬ ਵਾਸਤੇ, ਤੇ ਜੇ ਕੋਈ ਪੰਜਾਬ ਦੀ ਗੱਲ ਕਰੇ ਤੇ ਆਪਾਂ ਪੰਜਾਬ ਦੇ ਵਿੱਚ ਰਾਜਨੀਤੀ ਕਰਨੀ, ਪੰਜਾਬ 'ਚ ਕਿਹੜਾ ਲੀਡਰ ਹੈ ਜਿਹਦੇ ਨਾਲ ਬੰਦਾ ਗੱਲ ਕਰੇ ਵੀ ਆਪਾਂ ਪੰਜਾਬ ਦਾ। ਕੀ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਜਦੋਂ ਮਿਲੇ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਸੀ ਜਾਂ ਉਹਨਾਂ ਨੇ? ਨਾ ਉਹਨਾਂ ਨੇ ਬਹੁਤ ਫੋਨ ਸੱਜਿਓਂ ਖੱਬੇ ਆਉਂਦੇ ਸੀ ਮੈਨੂੰ। ਮੈਂ ਕਿਹਾ ਚਲੋ ਮਿਲਦੇ ਸੀ। ਮੈਂ ਇੱਕ ਵਾਰੀ ਮਿਲਣ ਦਾ ਕੀ ਅਰਜ਼ ਹੁੰਦਾ, ਅਸੀਂ ਸਾਰੀਆਂ ਮੈਂ ਕੈਪਟਨ ਸਾਹਿਬ ਨੂੰ ਵੀ ਮਿਲਿਆ ਹੋਊਗਾ 2-4 ਵਾਰੀ। ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਕੋਈ ਸ਼ਾਮਲ ਹੋਣ ਦੀ ਗੱਲ। ਅਗਲੇ ਦਾ ਕੋਈ ਪਤਾ ਤਾਂ ਲੱਗੇ। ਇਹ ਉਹਨਾਂ ਨੂੰ ਪੁੱਛ ਲਓ ਵੀ ਜੇ ਮੈਨੂੰ ਉਹ ਚਾਹੁੰਦੇ ਸੀ ਤੇ ਉਹਨਾਂ ਨੇ ਮੈਨੂੰ ਫਿਰ ਕਿਉਂ ਨਹੀਂ ਲਿਆ, ਜਾਂ ਉਹ ਗੱਲ ਕਰਦੇ ਵੀ ਆਪਾਂ ਤੁਹਾਨੂੰ ਲੈਣਾ ਚਾਹੁੰਦੇ ਆ। ਕੀ ਕਹਿੰਦੇ? ਕੀ ਡਰ ਹੈ? ਕੁੰਵਰ ਵਿਜੇ ਪ੍ਰਤਾਪ ਕਰਕੇ ਕੀ ਡਰ ਹੈ ਉਹਨਾਂ ਨੂੰ? ਮੈਨੂੰ ਕੀ ਪਤਾ, ਇਹ ਤੇ ਉਹਨਾਂ ਨੂੰ ਪਤਾ ਹੋਊਗਾ ਕਿ ਤੁਹਾਡੀਆਂ ਉਹਨਾਂ ਨਾਲ ਟਰਮ ਠੀਕ ਨਹੀਂ ਮੈਂ ਕਿਹਾ ਅੱਛਾ, ਇਹਦਾ ਮਤਲਬ ਇਹ ਆ ਵੀ ਇਹ ਇੱਕ ਪ੍ਰਵਾਸੀ ਬੰਦਾ ਜਿਹੜਾ ਵਾ, ਉਹ ਪੰਜਾਬ ਦਾ ਲੀਡਰ ਜਿਹਨੇ ਗਰਾਊਂਡ ਤੋਂ ਕੰਮ ਕੀਤਾ ਵਾ, ਜੇ ਇਹ ਵੀ ਉਹਨਾਂ ਦੇ ਮਨ 'ਚ ਗੱਲ ਹੋਵੇ ਤਾਂ ਫਿਰ ਕਿੱਡਾ ਕੁ ਵਿਜ਼ਨ ਹੈ ਉਹਨਾਂ ਦਾ ਤੇ ਕਿੰਨੀ ਕੁ ਰਾਜਨੀਤੀ ਇੱਥੇ ਪੰਜਾਬ 'ਚ ਤੁਸੀਂ ਜਾਣਾ ਚਾਹੁੰਦੇ ਸੀ ਆਪ 'ਚ? ਮੇਰੀ ਕੋਈ ਇੱਛਾ ਨਹੀਂ ਸੀ। ਮੈਂ ਤੇ ਤੁਹਾਨੂੰ ਦੱਸਿਆ ਮੇਰੀ ਤੇ ਇੱਥੇ ਵੀ ਕੋਈ ਇੱਛਾ ਨਹੀਂ ਸੀ। ਮੈਂ ਤਾਂ ਇੰਡੀਪੈਂਡੈਂਟ ਚਾਹੁੰਦਾ ਸੀ, ਪਰ ਮੈਂ ਆਪਣੀ ਗੱਲ ਆਪਣੇ ਵਰਕਰਾਂ 'ਚ ਸੁੱਟਤੀ। ਮੈਂ ਤੇ ਤੁਹਾਨੂੰ ਦੱਸਿਆ ਮੈਂ ਪ੍ਰੋਗਰਾਮ ਕੀਤਾ, ਮੈਂ ਸਾਰਿਆਂ ਕੋ ਲਿਆ, ਵਿਊ ਲਿਆ। ਸਭ ਨੇ ਜਦੋਂ ਇਹ ਗੱਲ ਕਿ ਮੈਂ ਕਿਹਾ ਇੰਡੀਪੈਂਡੈਂਟ ਕਿ ਕੋਈ ਪਾਰਟੀ, ਫਿਰ ਉਹ ਕਿਹਾ ਪਾਰਟੀ ਚਾਹੀਦੀ ਹੈ ਜੇ ਆਪਾਂ ਨੂੰ ਇਲੈਕਸ਼ਨਾਂ ਲੜਨੀਆਂ, ਜੇ ਆਪਾਂ ਕੰਮ ਕਰਨਾ, ਆਪਾਂ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ। ਅਸੀਂ ਬਹੁਤ ਕੰਮ ਕੀਤਾ। ਤੁਹਾਨੂੰ ਲੱਗਦਾ ਨਹੀਂ ਜੇ ਤੁਸੀਂ ਆਜ਼ਾਦ ਤੁਹਾਡੀ ਜ਼ਿਆਦਾ ਚੜ੍ਹਾਈ ਹੋਣੀ? ਬਹੁਤ ਕੰਮ ਕੀਤਾ, ਪਰ ਜਿਹੜਾ ਕਾਰਜਕਰਤਾ ਵਾ ਉਹਦਾ ਵੀ ਜਿਹੜਾ ਮਨੋਬਲ ਜਿਹੜਾ ਵਾ ਨਾ, ਉਹ ਕਿਸ ਤਰ੍ਹਾਂ ਵੱਧਦਾ ਵਾ, ਜਾਂ ਉਹਦੇ ਉੱਤੇ ਜਦੋਂ ਆਪਾਂ ਗੱਲ ਸੁੱਟ ਦਈਏ। ਜੋ ਲੋਕਤੰਤਰ ਤੈਨੂੰ ਦੱਸਿਆ ਨਾ, ਲੋਕ ਹੀ ਰੱਬ ਹੁੰਦੇ ਆ। ਜਦੋਂ ਮੈਂ ਸਾਰੇ ਲੋਕਾਂ ਦਾ ਤੇ ਇੱਕ 600-700 ਆਪਣੇ ਕੋਰ ਵਰਕਰਾਂ ਦਾ ਪ੍ਰੋਗਰਾਮ ਕਰਕੇ ਉਹਨਾਂ 'ਚ ਗੱਲ ਰੱਖਤੀ ਵੀ ਜੋ ਤੁਸੀਂ ਫੈਸਲਾ ਕਰੋਗੇ ਮੈਂ ਉੱਤੇ ਸਟੈਂਡ ਲਊਂਗਾ। ਤੇ ਦੂਜੀ ਗੱਲ ਜਿਹੜਾ ਮੇਰਾ ਆਪਣਾ ਖੁਦ ਦਾ ਮਨ, ਕਿਉਂਕਿ ਅਸੀਂ 10 ਸਾਲ ਤੇ ਇਸੇ ਪਰਿਵਾਰ 'ਚ ਕੰਮ ਕੀਤਾ, ਕੈਬਨਿਟ 'ਚ ਉਹੀ ਦੋਸਤ ਮਿੱਤਰ ਸਾਡੇ ਮਿਨਿਸਟਰ ਆ, ਕੰਮ ਕਰਵਾਏ ਆ, ਤੇ ਉਹ ਬਾਦਲ ਸਾਹਿਬ ਕੋਲੋਂ ਸਾਰੇ ਪੈਸੇ ਲਿਆ ਕੇ ਕਰਾਏ ਆ। ਡਿਸਪਿਊਟ ਰਹੇ ਹੋਣਗੇ, ਮੁੱਦਿਆਂ ਤੇ ਡਿਸਪਿਊਟ ਰਿਹਾ, ਮਨਭੇਦ ਤੇ ਕੋਈ ਨਹੀਂ ਸੀ। ਅਸੀਂ ਬੜਾ ਹੱਸਦੇ ਖੇਡਦੇ ਰਹੇ, ਸਾਡੀਆਂ ਕੋਠੀਆਂ ਉੱਥੇ ਸੀ, ਡਿਨਰ ਇਕੱਠੇ ਕਰਨਾ, ਪੰਜਾਬ ਦੇ ਵਾਸਤੇ ਜੋ ਪਲਾਨ ਬਣਨੇ, ਡਿਵੈਲਪਮੈਂਟ ਦੇ ਪਲਾਨ ਬਣਨੇ। ਉਸ ਤੋਂ ਬਾਅਦ ਵੀ ਜਿਹੜਾ ਝਗੜੇ ਦੀ ਤੁਸੀਂ ਗੱਲ ਕੀਤੀ ਹੈ ਬ੍ਰਦਰ ਦੇ ਉੱਤੇ, ਉਸ ਤੋਂ ਬਾਅਦ ਵੀ ਹਰ ਹਫ਼ਤੇ ਹਰ 15 ਦਿਨਾਂ ਬਾਅਦ ਸੁਖਬੀਰ ਜੀ ਆਉਂਦੇ ਸੀ ਮੇਰੇ ਕੋਲ। ਲੋਕਲ ਬਾਡੀਜ਼ ਡਿਪਾਰਟਮੈਂਟ ਸੀ, ਸ਼ਹਿਰਾਂ ਦੀ ਡਿਵੈਲਪਮੈਂਟ ਦਾ। ਅਸੀਂ ਉਹ ਸਾਰੇ ਪਲਾਨ ਜਿਹੜੇ ਆ, ਜੇ ਅਸੀਂ ਸਿਰੇ ਚੜਾਏ ਆ ਤੇ ਅਸੀਂ ਇਕੱਠੇ ਹੋ ਕੇ ਚੜਾਏ ਆ ਨਾ ਸੁਖਬੀਰ ਜੀ ਦੇ ਨਾਲ। ਮੈਂ ਇੱਕ ਚੀਜ਼ ਇਹ ਵੀ ਵੇਖੀ ਸੀ ਕਿ ਜਿੰਨੇ ਕੀਨ ਸੁਖਬੀਰ ਜੀ ਡਿਵੈਲਪਮੈਂਟ ਵਾਸਤੇ ਆ, ਜਿੰਨੀ ਉਹਨਾਂ ਦਾ ਮਨ ਡਿਵੈਲਪਮੈਂਟ ਇਹਨੂੰ ਮਤਲਬ ਪੰਜਾਬ ਨੂੰ ਮਤਲਬ ਜਿਹੜਾ ਵਾ ਇੱਕ ਮਾਡਲ ਸਟੇਟ ਬਣਾਉਣ ਦਾ ਸੀ ਡਿਵੈਲਪਮੈਂਟ ਦੇ, ਤਾਂ ਕੀਤੀ ਵੀ ਆ। ਜਿੰਨਾ ਹਾਈਵੇ ਦਾ ਜਾਲ ਆ, ਮੈਂ ਕਹਿ ਰਿਹਾਗਾ ਕਿ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਅੰਦੋਲਨ ਦੇ ਟਾਈਮ ਤੁਸੀਂ ਜਦੋਂ ਤੁਸੀਂ ਛੱਡਿਆ ਇਹ ਸਾਰਾ ਕੁਝ, ਤੁਸੀਂ ਬੜੇ ਵੱਡੇ ਲੀਡਰ ਬਣੇ ਹੈ ਨਾ, ਸਭ ਨੇ ਤੁਹਾਡੀ ਪ੍ਰਸ਼ੰਸਾ ਕੀਤੀ। ਇਵਨ ਕਿ ਅਸੀਂ ਵੀ ਕਿਹਾ ਕਿ ਇੱਕ ਹਿੰਦੂ ਲੀਡਰ ਨੇ, ਜਿਸ ਤਰ੍ਹਾਂ ਦਾ ਸਟੈਂਡ ਲੋਕ ਚਾਹੁੰਦੇ ਹੁੰਦੇ ਆ, ਬਹੁਤ ਵਧੀਆ ਸਟੈਂਡ ਲਿਆ ਤੁਸੀਂ। ਜੇ ਤੁਸੀਂ ਇੰਡੀਪੈਂਡੈਂਟ ਹੁੰਦੇ, ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਜ਼ਿਆਦਾ ਇੱਕ ਪੰਜਾਬ ਦੀ ਰਾਜਨੀਤੀ? ਦੇਖੋ, ਰਾਜਨੀਤੀ ਦੇ ਵਿੱਚ ਮੈਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ, ਜਦੋਂ ਮੈਂ ਸਾਰਿਆਂ ਦੇ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਇੰਡੀਪੈਂਡੈਂਟ ਲੋਕੀ ਆਂਦੇ ਵੀ ਇੰਡੀਪੈਂਡੈਂਟ ਤੋਂ ਬਾਅਦ ਵੀ ਕੀ ਕਰਾਂਗੇ, ਇੰਡੀਪੈਂਡੈਂਟ ਤੋਂ ਬਾਅਦ ਫਿਰ ਪਾਰਟੀ ਕੋਈ ਅਡਾਪਟ ਕਰਾਂਗੇ, ਤੇ ਆਪਣੀ ਮਰਜ਼ੀ ਦੀ ਪਾਰਟੀ ਨਹੀਂ ਹੋਊਗੀ। ਫਿਰ ਤਾਂ ਮੌਕੇ ਦੀ ਪਾਰਟੀ ਹੋਵੇ, ਜਿਹਦੀ ਸਰਕਾਰ ਬਣਦੀ ਹੋਊਗੀ ਉਧਰ ਨੂੰ ਜਾਵਾਂਗੇ। ਉਹਦੇ ਨਾਲੋਂ ਚੰਗਾ ਸਾਨੂੰ ਪਹਿਲਾਂ ਮੰਚ ਚੁਣਨੀ ਚਾਹੀਦੀ ਆ। ਕੁਝ ਵੀ ਹੋਵੇ, ਸਰਕਾਰ ਬਣੇ। ਬਣਾਉਣ ਬਾਰੇ ਨਹੀਂ ਸੋਚਿਆ? ਪਾਰਟੀ ਬਣਾਉਣੀ ਸੌਖਾ ਕੰਮ ਹੈ।
ਜਿਹੜੀ ਪਾਰਟੀਆਂ ਬਣੀਆਂ ਵਾ ਉਹਨਾਂ ਦਾ ਅੱਗੇ ਪਹਿਲੀਆਂ ਕਿੰਨੀਆਂ ਪਾਰਟੀਆਂ ਬਣੀਆਂ ਤੇ ਕੀ ਉਹਨਾਂ ਦਾ ਅਸਰ ਹੋਇਆ। ਇਸ ਕਰਕੇ ਬਹੁਤ ਲੰਬਾ ਚੌੜਾ ਇਨਫਰਾਸਟ੍ਰਕਚਰ, ਬਹੁਤ ਪੈਸਾ। ਅਸੀਂ ਤਾਂ ਸਿੰਪਲ ਸਧਾਰਨ ਆਪਣੀ ਗੱਲ ਖੁੱਲ੍ਹ ਕੇ ਕਰਨ ਵਾਲੇ ਬੰਦੇ ਆ ਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਮੈਨੂੰ ਲਾਈਕ ਮਾਈਂਡਡ ਜਾਂ ਜਿਸ ਪਰਿਵਾਰ ਦੇ ਵਿੱਚ ਮੈਂ ਰਿਹਾ, ਮੈਨੂੰ ਕੱਲ੍ਹ ਕੋਈ ਉਪਰਾਪਨ ਲੱਗਾ ਮੈਨੂੰ ਉੱਥੇ, ਕਿਉਂਕਿ ਸਾਰੇ ਹੀ ਉਹੀ ਦੋਸਤ ਮਿੱਤਰ ਚਰਨਜੀਤ ਢਿੱਲੋਂ ਸੀਗੇ, NK ਸ਼ਰਮਾ, ਉਹਨਾਂ ਦਾ ਬੜਾ ਰੋਲ ਰਿਹਾ। ਉਹਨਾਂ ਦੇ ਨਾਲ ਆਪਾਂ ਮਿਲਦੇ ਗਿਲਦੇ ਰਹੇ ਹਾਂ, ਇਸ ਤਰ੍ਹਾਂ ਵੈਸੇ ਵੀ ਰੂਟੀਨ ਦੇ ਵਿੱਚ ਵੀ ਆਉਂਦੇ ਜਾਂਦੇ ਆ। ਤੇ ਉਹਨਾਂ ਨੇ ਵੀ ਮਤਲਬ ਜਿਹੜਾ ਵਾ ਸਾਰੀ ਜਿਹੜੀ ਚੀਜ਼ਾਂ ਉਹਨਾਂ ਨੂੰ ਵੀ ਨਹੀਂ ਪਤਾ ਜਿੰਨਾ ਮੈਨੂੰ ਕੈਬਨਿਟ 'ਚ ਬੈਠ ਕੇ ਪਤਾ ਵੀ ਕੰਮ ਕਿਸ ਤਰ੍ਹਾਂ, ਕਿੰਨੀ ਪੋਜ਼ਿਟਿਵਿਟੀ ਨਾਲ ਕੰਮ ਹੁੰਦੇ ਤੇ ਕਿੰਨੀ ਸਪੀਡ 'ਚ ਕੰਮ ਹੁੰਦੇ, ਕਿਉਂਕਿ ਦਿੱਲੀ ਵੱਲ ਨੂੰ ਨਹੀਂ ਵੇਖਣਾ ਪੈਂਦਾ। ਬਾਕੀ ਇਹ ਨਾ ਜਦੋਂ ਆਪਾਂ ਯਾਦਵਿੰਦਰ ਜੀ ਕਿਸੇ ਵੀ ਪਾਰਟੀ 'ਚ ਮੈਂ A B C ਕਿਸੇ 'ਚ ਵੀ ਜਾਂਦਾ, ਗੱਲਾਂ ਤੇ ਉੱਠਣੀਆਂ, ਕੁਛ ਤੋਂ ਲੋਕ ਕਹੇਂਗੇ, ਲੋਕਾਂ ਨੇ ਤੇ ਕਹਿਣਾ ਹੀ ਆ। ਜੇ ਮੈਂ ਫਾਰਮਰ ਇਸ਼ੂ ਤੇ ਬੋਲਿਆ ਤੇ ਮੇਰਾ ਕੋਈ ਉਹ ਪੋਲੀਟੀਕਲ ਏਜੰਡਾ ਨਹੀਂ ਸੀ, ਮੈਂ ਤਾਂ ਸ਼ਹਿਰੀ ਸੀਟ ਹੈ ਮੇਰੀ, ਮੈਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਬੋਲਿਆ। ਉਦੋਂ ਜਿਹੜੇ ਚੰਗਾ ਕਹਿੰਦੇ ਸੀ, ਆ ਸੋਸ਼ਲ ਮੀਡੀਆ ਤੇ ਜਿੰਨੀਆਂ ਕੰਪਨੀਆਂ ਜਿੰਨੀਆਂ ਪਾਰਟੀਆਂ ਨੇ ਭਾਈਆਂ ਵਾ, ਉਹ ਦੂਸਰੀ ਵਾਲਿਆਂ ਨੇ ਕੰਡੈਮ ਕਰਨਾ ਹੀ ਆ, ਉਹਨਾਂ ਨੇ ਗਾਲਾਂ ਵੀ ਕੱਢਣੀਆਂ ਵਾ ਹੈ। ਪਰ ਮੇਰਾ ਕੋਈ ਫਾਰਮਰ ਇਸ਼ੂ ਤੇ ਜਾਂ ਪੰਜਾਬ ਦੇ ਇਸ਼ੂਆਂ ਦੇ ਉੱਤੇ ਮਨ ਥੋੜੀ ਬਦਲ ਗਿਆ। ਮੈਂ ਅੱਜ ਵੀ ਉਹਨਾਂ ਇਸ਼ੂਜ਼ ਦੇ ਉੱਤੇ ਸਟੈਂਡ ਕਰੂੰਗਾ, ਅੱਜ ਵੀ ਮੈਂ ਕਿਸਾਨਾਂ ਦੀ ਗੱਲ ਜਿਹੜੀ ਆ ਉਨੀ ਕਰੂੰਗਾ। ਪਰ ਪੰਜਾਬ ਦੇ ਵਪਾਰੀ, ਪੰਜਾਬ ਦੇ ਸ਼ਹਿਰੀ, ਪੰਜਾਬ ਦਾ ਹਿੰਦੂ ਜਿਨ੍ਹਾਂ ਦੀ ਨੁਮਾਇੰਦਗੀ ਅਸੀਂ ਕਰਕੇ ਆਉਨੇ ਆ, ਉਹਨਾਂ ਦੀਆਂ ਗੱਲਾਂ ਵੀ ਨਾਲ ਕਰੂੰਗਾ। ਇਸ ਕਰਕੇ ਮੈਂ ਸਿਰਫ ਆਪਣੀ ਜ਼ਮੀਰ ਦੀ ਆਵਾਜ਼ ਤੇ ਗੱਲ ਕਰਦਾ, ਜਿੱਥੇ ਸੱਚਾਈ ਆ। ਆਖਰ ਪਾਰਟੀ ਜਿਹੜੀ ਆ ਨਾ, ਉੱਥੇ ਵੀ ਆਪਣੀ ਵਿਚਾਰ ਆਜ਼ਾਦ ਹੁੰਦਾ। ਮੈਂ ਬੀਜੇਪੀ 'ਚ ਰਿਹਾ ਤੇ ਮੈਂ ਆਪਣੀ ਗੱਲ ਨੂੰ ਦਬਾਇਆ ਥੋੜੀ ਆ, ਮੈਂ ਬੀਜੇਪੀ ਦੇ ਖਿਲਾਫ ਵੀ ਧਰਨਾ ਦਿੱਤਾ। ਬੀਜੇਪੀ ਦਾ ਫਿਊਚਰ ਕੀ ਹੈ ਪੰਜਾਬ 'ਚ? ਬੀਜੇਪੀ ਦਾ ਫਿਊਚਰ ਤਾਂ ਬੀਜੇਪੀ ਵਾਲਿਆਂ ਨੂੰ ਪਤਾ ਹੋਊਗਾ। ਅੱਜ ਕੋਰ ਕਮੇਟੀ ਕਰਨ ਲੱਗੇ, ਉਹਨਾਂ ਨੂੰ ਪੁੱਛੋ ਤੁਹਾਡਾ ਕੀ ਫਿਊਚਰ ਹੈ, ਉਹ ਤੇ ਆਂਦੇ ਅਸੀਂ ਸਰਕਾਰ ਬਣਾਵਾਂਗੇ। ਉਹ ਪਰ ਮੈਨੂੰ ਲੱਗਦਾ ਤੁਸੀਂ ਬੀਜੇਪੀ 'ਚ ਰਹੇ ਜਿੰਨਾ ਚਿਰ ਵੇਖੋ ਜੀ, ਜਿੰਨਾ ਚਿਰ ਦਾ ਫਿਊਚਰ ਕੀ ਹੈ ਯਾਦਵਿੰਦਰ ਜੀ, ਜਿੰਨਾ ਚਿਰ ਅਸੀਂ ਪੰਜਾਬ ਦੀ ਗੱਲ ਨਹੀਂ ਕਰਦੇ, ਜੇ ਅਸੀਂ ਪੰਜਾਬ ਦੇ ਵਪਾਰੀ ਨੂੰ ਵਿਚੋਲੀਆ ਕਹਿ ਦਿੱਤਾ, ਅਸੀਂ ਉੱਤੇ ਸਟੈਂਡ ਨਹੀਂ ਕਿ ਉਹ ਗੁੱਸਾ ਕਰ ਲੈਣਗੇ ਦਿੱਲੀ ਵਾਲੇ ਹੈ। ਜੇ ਕਿਸਾਨਾਂ ਨੂੰ ਜਿਹੜੇ ਇੱਕ ਪਾਸੇ ਅੰਨਦਾਤਾ ਆਉਂਦੇ ਆ, ਇੱਕ ਪਾਸੇ ਆਪਾਂ ਉਹਨਾਂ ਨੂੰ ਨਕਸਲਾਈਟ ਤੇ ਕਿਹੜੀਆਂ ਉਪਾਧੀਆਂ ਦਿੰਦੇ ਆ, ਅਸੀਂ ਗੱਲ ਨਹੀਂ ਕਰ ਪਾਏ ਕਿਉਂਕਿ ਦਿੱਲੀੋਂ ਗੁੱਸਾ ਕਰਨਗੇ ਹੈ। ਅਸੀਂ ਜਦੋਂ ਕਿਸੇ ਦੀ ਗੱਲ ਹੀ ਨਹੀਂ ਕਰ ਪਾਵਾਂਗੇ ਤੇ ਅਸੀਂ ਵੋਟਾਂ ਕਿੱਥੋਂ ਲੈਣੀਆਂ? ਇਹੀ ਮੇਰਾ ਏਜੰਡਾ ਸੀ, ਇਹੀ ਮੇਰਾ ਏਜੰਡਾ। ਅਕਾਲੀ ਦਲ ਦਾ ਫਿਊਚਰ, ਅਕਾਲੀ ਦਲ ਸਰਕਾਰ ਬਣਾਊਗਾ, ਅਕਾਲੀ ਦਲ ਸਰਕਾਰ ਬਣਾਊਗਾ। ਅੰਦਾਜ਼ਾ ਕੀ ਹੈਗਾ? ਨਹੀਂ, ਅੰਦਾਜ਼ਾ ਸੀਟਾਂ ਦਾ ਕੱਲ੍ਹ ਆਇਆ, ਮੈਂ ਲਾਵਾਂਗੇ, ਬੈਠਾਂਗੇ, ਕੀ ਸਰਵੇਜ਼ ਆ, ਕੀ ਸਿਸਟਮ ਆ। ਪਰ ਮੈਂ ਇਹ ਕਹਿ ਸਕਦਾ, ਅੱਜ ਜੋ ਕੱਲ੍ਹ ਸਰੂਪ ਜੋ ਅਕਾਲੀ ਦਲ ਦਾ ਬਣਿਆ, ਜੋ ਮੈਂ ਗੱਲ ਕਰ ਸਕਦਾ ਸੀ, ਜੋ ਮੈਂ ਆਪਣੀ ਜ਼ਮੀਰ ਤੋਂ ਕੱਲ੍ਹ ਸਟੇਜ ਤੋਂ ਇੱਕ ਨਾ ਸਮਝ ਲਓ ਵੀ ਜਦੋਂ ਬੰਦਾ ਸਟੇਜ 'ਤੇ ਖਲੋਂਦਾ, ਗੱਲ ਉਹ ਮੈਂ ਕਦੀ ਲਿਖ ਕੇ ਪੜ੍ਹ ਕੇ ਤਿਆਰੀ ਕਰਕੇ, ਕਦੀ ਨਾ ਤੁਹਾਡੀ ਇੰਟਰਵਿਊ ਤਿਆਰੀ ਕਰਕੇ ਤੁਸੀਂ ਕੀ ਬੰਬ ਸੁੱਟਣਾ ਮੈਨੂੰ ਕੀ ਪਤਾ, ਪਰ ਮੇਰੇ ਜੋ ਮਨ 'ਚ ਆਉਂਦਾ ਮੈਂ ਉਹੀ ਗੱਲ ਕਰਨੀ ਹੈ। ਤੇ ਮੈਂ ਹਮੇਸ਼ਾ ਹੀ ਇਸ ਤਰ੍ਹਾਂ ਹੀ ਬੋਲਿਆ ਤੇ ਮੈਂ ਸਟੇਜ 'ਤੇ ਵੀ ਖਲੋਣ ਤੋਂ ਪਹਿਲਾਂ ਇੱਕ ਅੱਖਰ ਸੋਚਿਆ ਨਹੀਂ ਸੀ ਮੈਂ ਕੀ ਬੋਲਣਾ, ਜੋ ਮੇਰੇ ਮਨ 'ਚ ਆਈ ਗਿਆ ਬੋਲਿਆ। ਤੇ ਮੈਂ ਇੱਥੋਂ ਬੋਲਿਆ ਕਿ ਮੈਂ ਪੰਜਾਬ ਦੇ ਵਪਾਰੀ, ਪੰਜਾਬ ਦਾ ਇੰਡਸਟਰੀਲਿਸਟ, ਪੰਜਾਬ ਦੇ ਸ਼ਹਿਰਾਂ ਦੇ ਮੁੱਦੇ ਜਿੱਥੋਂ ਅਸੀਂ ਨੁਮਾਇੰਦਗੀ ਕਰਕੇ ਆਉਨੇ ਆ, ਜਿਹੜਾ ਹੋ ਸਕਦਾ ਵਾ ਬੀਜੇਪੀ ਛੁੱਟਣ ਤੋਂ ਬਾਅਦ ਲੋਕੀ ਅਕਾਲੀ ਦਲ ਬਾਰੇ ਸੋਚਦੇ ਹੋਣਗੇ ਯਾਰ ਹੁਣ ਸਾਡਾ ਕੀ ਬਣੂਗਾ, ਹੁਣ ਤਾਂ ਬੀਜੇਪੀ ਨਾਲ ਨਹੀਂ, ਕੀ ਅਸੀਂ ਕੀ ਉਹ ਮਤਲਬ ਦੂਜੀਆਂ ਪਾਰਟੀਆਂ ਜਿਸ ਤਰ੍ਹਾਂ ਕਾਂਗਰਸ ਨਾਲ ਦੂਜੀਆਂ ਪਾਰਟੀਆਂ ਦੇ ਰਹਿਮੋ ਕਰਮ ਤੇ ਰਹਿ ਜਾਵਾਂਗੇ ਵੀ ਜਾਵਾਂਗੇ ਕਿੱਧਰ ਨੂੰ, ਕਿਉਂਕਿ ਉੱਧਰ ਤੇ ਕੋਈ ਕਾਂਗਰਸ ਦਾ ਤੇ ਜੋ ਹਾਲ ਹੋਇਆ, ਜੋ ਉਹਨਾਂ ਨੇ ਝੂਠ ਬੋਲੇ ਸੀ, ਐਕਸਪੋਜ਼ ਹੋ ਗਏ ਸਾਰੇ। ਜਿਹੜਾ ਪ੍ਰਧਾਨ ਆਇਆ ਉਹ ਆਪਣੀ ਡਫਲੀ ਵਜਾਈ ਜਾਂਦਾ ਵਾ, CM ਆਪਣੀ ਡਫਲੀ ਵਜਾਈ ਜਾਂਦਾ, ਬਾਕੀ ਉਹੀ ਬੰਦੇ ਇੱਧਰ ਸੀ ਉਹ ਭੱਜ ਕੇ ਇੱਧਰ ਨੂੰ ਆ ਗਏ। ਉਹ ਪਹਿਲਾਂ ਮਾੜੇ ਸੀ, ਸਿੱਧੂ ਦੇ ਨਾਲ ਆਏ ਤੇ ਚੰਗੇ ਹੋ ਗਏ। ਇਹ ਜੋ ਖੇਡ ਚੱਲਦੀ ਪਈ ਆ ਉਹ ਲੋਕ, ਦੂਜੀ ਪਾਰਟੀ ਜਿਹੜੀ ਆਪ ਦੀ ਪਾਰਟੀ ਜਿਹੜੀ ਆ, ਹੁਣ ਆਪ ਪਾਰਟੀ ਨੂੰ ਤੇ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਵਾਪਸ ਆਇਆ ਉਹ ਪੰਜਾਬ ਦੀ ਗੱਲ ਕਰਨ ਵਾਲੇ ਸੀ, ਧਰਮਵੀਰ ਗਾਂਧੀ ਵਰਗੇ ਅਪਰਾਈਟ ਬੰਦੇ। ਜੇ ਉਹਨਾਂ ਨੇ ਛੱਡ ਤੇ ਜਾਂ ਜਿਹੜੇ ਉਹਨਾਂ ਦੇ ਬੇਸਿਕ ਵੀ ਸੀ ਬੰਦੇ ਜਿਨ੍ਹਾਂ ਨੇ ਪਾਰਟੀ ਮਤਲਬ ਖੜੀ ਕੀਤੀ, ਸ਼ਾਂਤੀ ਭੂਸ਼ਣ ਹੋਣੀ, ਹਾਂਜੀ, ਜੋਗਿੰਦਰ ਯਾਦਵ ਤੇ ਕੁਮਾਰ ਵਿਸ਼ਵਾਸ, ਆਸ਼ੂਤੋਸ਼, ਉਹ ਕਿੱਥੇ ਆ? ਇੱਕ ਬੰਦਾ ਡਿਕਟੇਟਰਸ਼ਿਪ ਦੇ ਨਾਲ ਜੇ ਇਹ ਚਾਹੁੰਦਾ ਨਾ ਪੰਜਾਬ 'ਚ ਜਿੰਨੇ ਇਹਨਾਂ ਦੇ ਲੀਡਰ ਵਾਪਸ ਆਏ ਵੀ ਰਿਮੋਟ ਨਾ ਚਲਾਵਾਂ, MLA ਤੇ ਹੋਣ ਪਰ ਉਹ ਮੁਲਾਜ਼ਮਾਂ ਵਰਗੇ MLA ਹੋਣ ਜਿਹੜੇ ਜੈਸ ਸਰ ਕਰਨ, ਗੱਲ ਨਾ ਪੰਜਾਬ ਦੀ ਕਰਨ, ਤੇ ਉੱਥੋਂ ਭੇਜਾਂ ਆਪਣਾ ਪ੍ਰਵਕਤਾ ਵੀ ਉਹੀ ਪ੍ਰੈਸ ਕਾਨਫਰੰਸ ਕਰੇ, ਉਹੀ ਇਸ਼ੂ ਨੂੰ ਐਡਰੈਸ ਕਰੇ। ਇੰਨੀ ਪਾਵਰ ਵੀ ਜੇ ਇਹਨਾਂ ਨੇ ਪੰਜਾਬ ਦੇ ਕਿਸੇ ਲੀਡਰ ਨੂੰ ਨਹੀਂ ਦਿੱਤੀ ਆਮ ਪਾਰਟੀ ਨੇ, ਤੇ ਕੀ ਫਿਊਚਰ ਹੋ ਸਕਦਾ? ਨਾ ਥੱਲੇ ਕੈਡਰ ਆ, ਨਾ ਕੋਈ ਉੱਤੇ ਲੀਡਰ ਆ, ਕੋਈ ਉਸਾਰੀ ਥੋੜੀ ਲਾਈ ਇਹਨਾਂ ਨੇ। 15 ਅਗਸਤ ਆਉਂਦੇ ਸੀ, ਇਹਨਾਂ ਨੇ CM ਕਿਉਂ ਨਹੀਂ ਘੋਸ਼ਿਤ ਕੀਤਾ? ਤੁਸੀਂ ਪੁੱਛੋ ਉਹਨਾਂ ਨੂੰ। ਤੁਸੀਂ 15 ਅਗਸਤ ਦਾ ਟਾਈਮ ਦਿੱਤਾ, 15 ਅਗਸਤ ਨੂੰ CM ਘੋਸ਼ਿਤ ਕਰਾਂਗੇ, ਮਿੰਟੋ ਮਿੰਟੀ ਉੱਥੇ ਜਾ ਕੇ ਉੱਤਰਾਖੰਡ 'ਚ ਕਰਤਾ। ਇੱਥੇ ਉਸਾਰੀ ਲਾਈ ਹੈ, ਬੰਦਾ ਪਿਆ ਵੀ ਕਲੀ ਕੁਲੀ ਹੋ ਰਹੀ, ਰੰਗ ਹੋ ਰਿਹਾ ਵਾ। ਜਦੋਂ ਤਿਆਰੀ ਹੋ ਜੂਗੀ ਉਹ ਪੇਸ਼ ਕਰ ਦਾਂਗੇ ਵੀ ਪਰਦਾ ਲਾਵਾਂਗੇ ਉੱਤੋਂ, ਤੇ ਆਹ ਤੁਹਾਡਾ ਕਹਿੰਦੇ ਆ ਕੁਝ ਬੰਦਿਆਂ ਤੇ ਹੋ ਰਹੀ ਹੈ ਕਲੀ, ਕੀ ਕਹਿੰਦੇ ਆ ਕੁਝ ਬੰਦਿਆਂ ਤੇ ਕਲੀ ਹੋ ਰਹੀ ਹੈ। ਦੇਖੋ ਲੀਡਰਸ਼ਿਪ ਤੇ ਤੁਹਾਡੇ ਸਾਹਮਣੇ ਆ,
ਜੇ ਕੋਈ ਐਨਜੀਓ ਦਾ ਪ੍ਰਧਾਨ ਆਪਾਂ ਆਖੀਏ ਵੀ ਸੀਐਮ ਬਣ ਜੇ ਤੇ ਪੰਜਾਬ ਚਲਾ ਲੇ, ਇਸ ਤਰ੍ਹਾਂ ਨਹੀਂ ਹੁੰਦਾ। ਅਕਸਰ ਨੂੰ ਪੋਲੀਟੀਕਲ ਜਿਹੜੀ ਆ ਉਹ ਸੋਚ, ਲੋਕਾਂ ਦੀ ਜਿਹੜੀ ਪੋਲੀਟੀਕਲ ਸੇਵਾ ਅੱਗੇ ਇਮਾਨਦਾਰੀ ਨਾਲ ਕੀਤਾ ਕੰਮ, ਉਹਦੀਆਂ ਗੱਲਾਂ ਜਿਹੜੀਆਂ ਹਰ ਚੀਜ਼ ਲੋਕੀ ਵੇਖਦੇ ਆ। ਤੇ ਆਪਾਂ ਜੇ ਆਖੀਏ ਵੀ ਮਿੰਟੋ ਮਿੰਟੀ ਇਧਰੋਂ ਫੜਾਂਗੇ ਕੋਈ ਤੇ ਬਿਠਾ ਦਾਂਗੇ ਤੇ ਸੀਐਮ ਲੋਕੀ ਮੰਨ ਲੈਣਗੇ, ਪੰਜਾਬ ਦੀ ਸਾਈਕੀ ਇਹ ਨਹੀਂ ਹੈਗੀ। ਤੇ ਪੰਜਾਬ ਜਿਹੜਾ ਵਾ ਨਾ ਉਹ ਕਿ ਇਹ ਵੀ ਕੋਈ ਨਾ ਸੋਚੇ ਵੀ ਰਿਮੋਟ ਨਾਲ ਪੰਜਾਬ ਨੂੰ ਕੋਈ ਚਲਾ ਲੂਗਾ ਤੇ ਇਹ ਕਹੂਗਾ ਹਮਾਰੀ ਵਹਾਂ ਵੀ ਸਰਕਾਰ ਹੈ। ਦਿੱਲੀ ਨੂੰ ਮੰਨਣਾ ਲੋਕਾਂ ਛੱਡਤਾ ਹੁਣ, ਕਿਉਂਕਿ ਦਿੱਲੀ ਤੋਂ ਪੀੜਤ ਆ ਲੋਕੀ ਕਿਸਾਨਾਂ ਦੇ ਮੁੱਦੇ ਤੇ। ਇਹ ਕਾਂਗਰਸ ਦਾ ਜਿਹੜਾ ਜੋ ਹਸ਼ਰ ਹੋਇਆ, ਜਿਹੜਾ ਕੋਈ ਜਾ ਰਿਹਾ ਦਿੱਲੀ ਭੱਜ ਰਿਹਾ, ਦਿੱਲੀੋਂ ਹੁਕਮ ਆਉਂਦਾ ਤੇ ਉਹ ਗੱਲ ਕਰਦੇ ਆ। ਸਿੱਧੂ ਵੀ ਜਾ ਰਿਹਾ, ਕੈਪਟਨ ਵੀ ਜਾ ਰਿਹਾ। ਬੀਜੇਪੀ ਅਸੀਂ ਤੁਹਾਡੇ ਸਾਹਮਣੇ ਆ ਵੀ ਅਸੀਂ ਜੋ ਮਨ ਦੀ ਗੱਲ ਕਰਨੀ ਚਾਹੁੰਦੇ ਸੀ ਅਗਰ ਕੀਤੀ ਆ ਤੇ ਬਾਹਰ ਹੋ ਗਏ ਆ। ਤੇ ਬਾਕੀ ਜਿਹੜੇ ਆ ਉਹ ਡਰਦੇ ਇਸੇ ਕਰਕੇ ਨਹੀਂ ਕਰਦੇ, ਜਿਹੜੇ ਲਾਈਕ ਮਾਈਂਡਡ ਸੀ, ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੀ, ਪੰਜਾਬ ਦੀ ਜਿਨ੍ਹਾਂ ਨੇ ਗੱਲ ਕੀਤੀ, ਜਿਨ੍ਹਾਂ ਨੂੰ ਨਹੀਂ ਕੱਢਿਆ ਸ਼ਾਇਦ ਇਹ ਸੋਚ ਕੇ ਵੀ ਜੋਸ਼ੀ ਗੱਲ ਕੀਤੀ ਆ, ਬਾਕੀਆਂ ਜੋਸ਼ੀ ਨੂੰ ਨੋਟਿਸ ਦੇ ਕੇ ਕੱਢ ਦਿਓ, ਬਾਕੀਆਂ ਨੂੰ ਨੋਟਿਸ ਤੇ ਦਿਓ, ਕੱਢੋ ਨਾ ਵੀ ਸ਼ਾਇਦ ਟੁੱਟ ਜਾਣ। ਪਰ ਜਿਹਦੇ ਮਨ ਦੀ ਗੱਲ, ਜਿਹਦੀ ਮਨ ਦੀ ਭਾਵਨਾ ਪੰਜਾਬ ਦੇ ਨਾਲ ਜੁੜੀ ਆ, ਉਹ ਕੱਢਣ ਨਾ ਕੱਢਣ ਉਹ ਆਪ ਆ ਗਏ। ਜੇ ਬੀਜੇਪੀ ਦੇ ਨਾਲ ਗੱਠਜੋੜ ਹੋ ਗਿਆ ਚੋਣਾਂ ਤੋਂ ਬਾਅਦ, ਫਿਰ ਕੀ ਲੱਗਦਾ ਠੀਕ ਆ ਉਹ ਅਕਾਲੀ ਦਲ ਦਾ ਬੀਜੇਪੀ ਨਾਲ ਹੋ ਸਕਦਾ? ਨਹੀਂ, ਰਾਜਨੀਤੀ ਚ ਕੀ ਮੈਨੂੰ ਇਹਦੇ ਬਾਰੇ ਥੋੜੀ ਹੁੰਦਾ ਰਾਜਨੀਤੀ। ਜੇ ਜੋਸ਼ੀ ਬੀਜੇਪੀ ਦਾ ਹਿੱਸਾ ਹੋ ਸਕਦਾ, ਇਹ ਕੋਈ ਮੇਰੀ ਜਾਣਕਾਰੀ ਨਹੀਂ, ਪਰ ਅੱਜ ਦੀ ਡੇਟ ਦੇ ਨਹੀਂ ਆ, ਮੈਂ ਪੁੱਛ ਰਿਹਾ, ਮੰਨ ਲਓ ਮੇਰਾ ਖਿਆਲ ਹੈ ਵੀ ਹੁਣ ਜ਼ਰੂਰਤ ਨਹੀਂ ਪਊਗੀ। ਮੇਰਾ ਖਿਆਲ ਹੈ ਜ਼ਰੂਰਤ ਨਹੀਂ ਪਊਗੀ, ਕਿਉਂਕਿ ਜ਼ੀਰੋ ਤੇ ਵੈਸੇ ਹੀ ਜ਼ੀਰੋ ਸੀਟ ਆ ਰਹੀ ਉਹਨਾਂ ਦੀ। ਤੁਸੀਂ ਸਰਵੇ ਵੇਖ ਲਓ, ਜ਼ੀਰੋ ਸੀਟ ਬੀਜੇਪੀ ਜ਼ੀਰੋ ਆ ਰਹੀ ਹੈ। ਦੋ ਚਾਰ ਸਰਵੇ ਮੈਂ ਵੇਖਿਆ, ਪਹਿਲਾਂ ਜ਼ੀਰੋ ਤੋਂ 2 ਆਂਦੇ ਸੀ, ਹੁਣ ਫਿਰ ਜ਼ੀਰੋ ਹੀ ਹੋ ਗਿਆ। ਇਸ ਕਰਕੇ ਇਹ ਜੋ ਸਰਵੇ ਤਾਂ ਬਾਕੀਆਂ ਦੇ ਕਿਹੜੀਆਂ ਆ ਰਹੀਆਂ ਨੇ, ਬਾਕੀਆਂ ਦੇ ਕਿੰਨੀਆਂ ਆ ਰਹੀਆਂ ਨੇ, ਬਾਕੀਆਂ ਦਾ ਮਤਲਬ ਜਿਹੜਾ ਵਾ ਜਿਹੜਾ ਕਾਂਗਰਸ ਦੇ ਕਿੰਨੀਆਂ, ਕਾਂਗਰਸ ਜਿਹੜੇ ਤੁਸੀਂ ਸਰਵੇ ਦੇਖੋ, ਕਾਂਗਰਸ ਤੇ ਅਕਾਲੀ ਦਲ ਦਾ ਜਿਹੜਾ ਵਾ ਨਾ ਉਹ ਮੁਕਾਬਲਾ ਹੈਗਾ, ਹੋਰ ਕੋਈ ਪਾਰਟੀ ਮੁਕਾਬਲੇ 'ਚ ਨਹੀਂ ਹੈਗੀ। ਕਾਂਗਰਸ ਦੀਆਂ ਕਿੰਨੀਆਂ ਆ ਰਹੀਆਂ ਨੇ? ਇਹ ਮੈਨੂੰ ਨਹੀਂ ਪਤਾ ਕਿੰਨੀਆਂ ਆ ਰਹੀਆਂ। ਸਰਵੇ ਦੇਖ ਰਹੇ ਹੋ ਤੁਸੀਂ, ਬੀਜੇਪੀ ਦੀਆਂ 2 ਆ ਰਹੀਆਂ ਸੀ। ਸੁਣਿਆ ਵਾ ਤੁਹਾਡੇ ਕੋਲ, ਤੁਸੀਂ ਦੱਸਿਆ ਹੋ ਸਕਦਾ। ਤੁਸੀਂ ਦੱਸਿਆ ਮੈਨੂੰ, ਮੈਂ ਸਰਵੇ ਦੇਖਦੇ ਹੋ, ਅਸੀਂ ਨਹੀਂ ਦੇਖਦੇ। ਤੁਸੀਂ ਦੱਸਿਆ, ਤੁਸੀਂ ਕਰਦੇ ਆ, ਕਿਸੇ ਦੇ ਪੱਤਰਕਾਰੀ ਕਰਨਾ, ਅਸੀਂ ਸਰਵੇ ਨਹੀਂ ਦੇਖਦੇ। ਚਲੋ ਖੈਰ, ਸਰਵੇ ਵੀ ਇੰਨੀ ਐਡਵਾਂਸ ਤੇ ਕੋਈ ਇਹਨਾਂ ਦਾ ਮਹਿਨਾ ਨਹੀਂ ਹੁੰਦਾ। ਬਾਕੀ ਇਹ ਵੀ ਤੁਸੀਂ ਦੱਸਦੇ ਹੋ, ਮੈਂ ਤੁਸੀਂ ਦੱਸਿਆ ਮੈਨੂੰ ਵੀ ਜ਼ੀਰੋ ਆ ਰਹੀ ਆ। ਨਹੀਂ, ਮੈਂ ਬਿਲਕੁਲ ਨਹੀਂ ਦੱਸਿਆ ਬੀਜੇਪੀ ਦੀ। ਦੱਸੋ ਮੜਿਆ। ਨਹੀਂ ਵੈਸੇ ਜੋ ਸਭ ਕੀ ਉਹਨੂੰ ਮਾਹੌਲ ਇਸ ਤਰ੍ਹਾਂ ਸੁਣੇ ਸੁਣਾਈਆਂ ਗੱਲਾਂ ਕਿੱਥੇ ਵੇਖੇ ਜਾਂਦੇ, ਟੀਵੀ ਨਹੀਂ ਵੇਖਿਆ ਜਾਂਦਾ, ਖਬਰਾਂ ਨਹੀਂ ਵੇਖੀਆਂ ਜਾਂਦੀਆਂ, ਜਿੰਨਾ ਬਿਜ਼ੀ ਹੈਗੇ ਆ। ਜੇ ਤੁਹਾਡੇ ਇੱਕ ਦੋਸਤ ਨੇ, ਉਹਨਾਂ ਦੀ ਸਰਵੇ ਪਾਰਟੀ ਸਰਵੇ ਵੀ ਕਰਦੇ ਆ ਨਾ, ਉਹ ਸਰਵੇ ਕਰਵਾਉਂਦੇ ਨੇਗੇ, ਮੈਂ ਤਾਂ ਕਹਿ ਰਿਹਾ ਹੋ ਸਕਦਾ ਤੁਹਾਡੇ ਕੋਲ ਪੁਖਤਾ ਇਨਫੋਰਮੇਸ਼ਨ। ਸਰਵੇ ਤੇ ਆ ਜਿਹੜੇ ਰੋਜ਼ ਹੀ ਇਹਦੇ ਤੇ ਆਈ ਜਾਂਦੇ ਆ, ਮੋਬਾਈਲ ਦੇ ਉੱਤੇ ਆਪ ਕੋਈ ਪਾ ਦਿੰਦਾ, ਇਹਦੇ ਚੋਂ ਕੌਣ ਬਣੂਗਾ, ਇਹਦੇ ਚੋਂ ਕੌਣ ਬਣੂਗਾ, ਇਹਦੇ ਚੋਂ, ਉਹਦੇ ਥੱਲੇ ਕਮੈਂਟਸ ਵੇਖ ਲਿਆ ਕਰ, ਉਹਦੇ ਤੋਂ ਪਤਾ ਲੱਗ ਜਾਂਦਾ। ਖੈਰ ਚਲੋ, ਇਹਨਾਂ ਗੱਲਾਂ ਦਾ ਕੋਈ ਮਾਇਨਾ ਨਹੀਂਗਾ। ਤੁਸੀਂ ਕਹਿੰਦੇ ਉਹਨਾਂ ਨੇ ਸੋਸ਼ਲ ਮੀਡੀਆ ਵਾਲੀਆਂ ਕਮੈਂਟਾਂ ਵਾਲੀਆਂ ਪਾਰਟੀਆਂ ਰੱਖ ਰੱਖੀਆਂ ਨੇ ਸਾਰਿਆਂ ਨੇ। ਹਾਂ, ਸਾਰਿਆਂ ਨੇ ਰੱਖੀਆਂ ਨੇ। ਜਿਹੜੇ ਗਾਲਾਂ ਕੱਢਣ ਵਾਲੇ ਉਹੀ ਆ, ਆਮ ਲੋਕਾਂ ਨੂੰ ਸਰਵ ਕਰਨੀਆਂ। ਸਾਰਿਆਂ ਨੇ ਰੱਖੀਆਂ ਨੇ। ਨਹੀਂ, ਸਾਰਿਆਂ ਦਾ ਮਤਲਬ ਅਕਾਲੀ ਦਲ ਵੀ ਹੈ। ਮੈਂ ਤਾਂ ਹਲੇ ਅੱਜ ਆਇਆ ਪਾਰਟੀ 'ਚ। ਤੁਸੀਂ ਵੀ ਹੋ। ਮੈਨੂੰ ਤਾਂ, ਮੈਂ ਤੁਹਾਨੂੰ ਦੱਸਿਆ, ਮੈਂ ਤਾਂ ਪਤਾ ਲਾਉਂਗਾ। ਮੈਂ ਤਾਂ ਨਹੀਂ ਤੇ ਕਹੂੰਗਾ। ਬੀਜੇਪੀ ਦਾ ਤਾਂ ਕਹਿੰਦੇ ਆਈਟੀ ਸੈੱਲ ਬਹੁਤ ਤਕੜਾ ਨਾ, ਬਾਕੀਆਂ ਦੇ ਵੀ ਆਈਟੀ ਸੈੱਲ ਤਕੜੇ ਨੇ। ਹੁਣ ਸਰ ਦੱਸੋ, ਮੈਂ ਨਾ ਬੀਜੇਪੀ ਵਾਲੇ ਦੱਸਦੇ ਕੁਛ ਨਾ, ਹਾਲੇ ਮੈਂ ਇੱਥੋਂ ਪੁੱਛਿਆ ਕੁਛ। ਸਮੇਂ ਦਾ ਥੋੜਾ ਸਮਾਂ ਦਿਓ, ਸਾਰੀਆਂ ਚੀਜ਼ਾਂ ਫੇਰ ਹੀ ਪਤਾ ਲੱਗਣਗੀਆਂ ਕੀ ਕਲਚਰ ਪਾਰਟੀ ਦਾ, ਕੀ ਅੱਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ। ਮੈਂ ਤਾਂ ਪ੍ਰੈਕਟੀਕਲ ਹਾਂ। ਮੈਂ ਪਹਿਲਾਂ ਵੀ ਜਿਹੜਾ ਨਾ ਉਹ ਇਹਨਾਂ ਗੱਲਾਂ 'ਚ ਨਹੀਂ ਸੀ ਜਾਂਦਾ। ਮੈਂ ਤੇ ਆਪਣਾ ਕੋਈ ਨਹੀਂ ਸਿਸਟਮ ਸੈੱਟ ਕੀਤਾ ਵੀ ਮੈਂ ਕੋਈ ਸੋਸ਼ਲ ਮੀਡੀਆ ਦੀ ਟੀਮ। ਮੈਂ ਤੇ ਇਹ ਆ ਵੀ ਸਵੇਰ ਤੋਂ ਰਾਤ ਤੱਕ ਵੱਧ ਤੋਂ ਵੱਧ ਕਿੰਨੇ ਲੋਕਾਂ, ਅਸਲ ਰਾਜਨੀਤੀ ਹੁੰਦੀ ਹੈ ਸਵੇਰ ਤੋਂ ਰਾਤ ਤੱਕ ਕਿੰਨੇ ਲੋਕਾਂ ਨੂੰ ਅਸੀਂ ਮਿਲਦੇ ਹਾਂ, ਕਿੰਨਿਆਂ ਲੋਕਾਂ ਨਾਲ ਪ੍ਰੇਮ ਪਿਆਰ ਨਾਲ ਗੱਲ ਕਰਦੇ ਹਾਂ, ਕਿੰਨੇ ਫੋਨ ਸੁਣਦੇ ਹਾਂ, ਜੇ ਨਹੀਂ ਸੁਣਿਆ ਜਾਂਦਾ ਤੇ ਕਿੰਨਿਆਂ ਨੂੰ ਬੈਕ ਕਾਲ ਕਰਦੇ ਹਾਂ, ਤੇ ਕਿੰਨੇ ਲੋਕਾਂ ਦੇ ਦੁੱਖ ਸੁੱਖ ਅਸੀਂ ਪਹੁੰਚਦੇ ਹਾਂ, ਜਾਂ ਕਿੰਨੇ ਲੋਕਾਂ ਦੇ ਨਾਲ ਅਸੀਂ ਖੜੇ ਹੁੰਦੇ ਹਾਂ, ਤੇ ਜਿਹੜੇ ਮੁੱਦੇ ਜ਼ਰੂਰੀ ਆ ਉਹਨਾਂ ਤੇ ਕਿੰਨਾ ਕੁ ਮੁਖਰ ਹੋ ਕੇ ਅਸੀਂ ਅੱਗੇ ਆਉਂਦੇ ਹਾਂ। ਅਸਲੀ ਰਾਜਨੀਤੀ ਇਹ ਆ। ਬਾਕੀ ਤੇ ਜਿਹੜੀ ਆ ਤੁਹਾਨੂੰ ਦੱਸਿਆ ਵੀ ਜਿਹੜੀ ਬਿਲਕੁਲ ਹੀ ਜਿਹੜੀ ਤੁਸੀਂ ਆਮ ਪਾਰਟੀ ਦੀ ਜ਼ਿਆਦਾ ਗੱਲ ਕੀਤੀ ਆ, ਇਹਨਾਂ ਦੀ ਤੇ ਵੈਸੇ ਹੀ ਜਿਹੜੀ ਸਿਸਟਮ ਹੀ ਸਾਰਾ ਇਸੇ ਕੰਮ ਤੇ ਆ। ਹੁਣ ਤੁਸੀਂ ਇਹ ਵੇਖੋ, ਦਿੱਲੀ ਦੇ ਪੈਸਿਆਂ ਦੇ ਨਾਲ 1 ਸਾਲ ਤੋਂ ਜਿਹੜੀ ਆ ਨਾ ਉਹ ਐਡਵਰਟਾਈਜ਼ਮੈਂਟ ਇੱਥੇ ਆ ਰਹੀ ਹੈ ਪੰਜਾਬ ਦੇ ਟੀਵੀ ਦੇ ਉੱਤੇ। ਦਿੱਲੀ ਦਾ ਪੈਸਾ ਪੰਜਾਬ ਤੇ ਖਰਚਿਆ ਜਾ ਰਿਹਾ ਨਾ ਐਡਵਰਟਾਈਜ਼ਮੈਂਟ ਵਾਸਤੇ। ਥੱਲੇ ਗਰਾਊਂਡ ਤੇ ਹੈ ਕੋਈ ਨਹੀਂ, ਹਵਾ ਜਿਹੜੀ ਆ ਇਹੀ ਬਣਾਈ ਜਾ ਰਹੀ ਆ। ਉਹ ਮਾਡਲ, ਫਲਾਨਾ ਮਾਡਲ, ਅਸਲੀ ਮਾਡਲ ਤੇ ਬਾਦਲ ਸਾਹਿਬ ਨੇ ਸੈੱਟ ਕੀਤਾ। ਮੈਨੂੰ ਮਾਣ ਆ, ਉਹ ਸਰਕਾਰ ਦਾ ਹਿੱਸਾ ਸੀ ਅਸੀਂ। ਬਾਦਲ ਸਾਹਿਬ ਨੇ ਸੈੱਟ ਕੀਤਾ। ਬਾਦਲ ਸਾਹਿਬ ਨੇ 200 ਯੂਨਿਟ ਬਿਜਲੀ ਫ੍ਰੀ ਦਿੱਤੀ। ਉਹਦੇ 'ਚ ਕੋਈ ਵਾਧਾ ਘਾਟਾ ਕਹਿ ਦੇ ਵੀ ਮੈਂ ਆਹ 50 ਯੂਨਿਟ ਵੱਧ ਦਊਂ ਜਾਂ ਘੱਟ ਦਊਂ, ਅਸਲ 'ਚ ਕੀਤਾ ਕਿੰਨੇ? ਬਾਦਲ ਸਾਹਿਬ ਨੇ ਕੀਤਾ। ਹੁਣ ਜੇ ਕਹਿੰਦਾ 100 ਯੂਨਿਟ ਵੱਧ ਦਊਗਾ ਫਿਰ ਉਹ ਤੇ ਹੋੜ ਹੋ ਗਈ ਨਾ। ਪਰ ਪਹਿਲਾਂ ਸਭ ਤੋਂ ਕਿੰਨੇ ਇਹ ਜਿਹੜਾ ਵਾ ਤੈਅ ਕੀਤਾ? ਬਾਦਲ ਸਾਹਿਬ ਨੇ। ਦਿੱਲੀ 'ਚ ਵੀ ਇਹਨਾਂ ਨੇ ਕੀਤਾ, ਉਹ ਨਹੀਂ ਕੀਤਾ। ਇੱਥੇ ਤੇ 200 ਯੂਨਿਟ ਫ੍ਰੀ ਸੀ, ਉਸ ਤੋਂ ਉੱਤੇ 20 ਵੀ ਲੱਗ ਜਾਂਦੇ ਸੀ ਨਾ ਯੂਨਿਟ, ਤੇ 20 ਦਾ ਬਿੱਲ ਆਉਣਾ।
ਦਿੱਲੀ ਦਾ ਮਾਡਲ ਜਿਹੜਾ ਹੈਗਾ ਨਾ ਉਹਦੇ ਮਾਡਲ ਉਹ 200 ਤੋਂ 201 ਹੋ ਜਾਣ ਤੇ 200 ਦੇ ਵੀ ਨਾਲ ਲੱਗਦੇ ਆ, ਇੱਥੇ ਆਣ ਕੇ ਬਦਲ ਗਏ ਤੇ ਮਾਡਲ ਦਿੱਲੀ ਵਾਲਾ ਜਿਹੜਾ ਵਾ ਉਹ ਕਿੱਧਰ ਚਲ ਗਿਆ। ਇਸ ਕਰਕੇ ਇਹ ਤੇ ਸਿਰਫ ਭਰਮਾਉਣ ਤੇ ਹੀ ਆ। ਬਾਦਲ ਸਾਹਿਬ ਨੇ ਬੰਬੀਆਂ ਦੀ ਬੱਤੀ ਫ੍ਰੀ ਕੀਤੀ ਕਿਸਾਨਾਂ ਨੂੰ ਰਾਹਤ ਕਿਹਨੇ ਦਿੱਤੀ? ਬਾਦਲ ਸਾਹਿਬ ਨੇ ਦਿੱਤੀ। ਤੇ ਜਿਹੜੇ ਤੁਸੀਂ ਕਹਿੰਦੇ ਮੁਕਾਬਲਾ ਕਾਂਗਰਸ ਵਰਸਸ ਅਕਾਲੀ ਦਲ ਆ, ਪਰ ਤੁਸੀਂ ਸਭ ਤੋਂ ਜ਼ਿਆਦਾ ਆਪ ਤੇ ਬੋਲਿਓਗੇ। ਨਹੀਂ ਤੁਸੀਂ ਸਵਾਲ ਹੁਣ ਵੀ ਤੁਸੀਂ ਕਹਿ ਰਹੇ ਸਵਾਲ ਹੀ ਆਪ ਚੈਲੰਜ ਹੈ, ਤੁਸੀਂ ਸਵਾਲ ਹੀ ਆਪ ਦਾ ਕੀਤਾ ਸੀ, ਇਸ ਕਰਕੇ ਕਿਹਾ ਵੀ ਰਾਘਵ ਚੱਡੇ ਦੀ ਤੁਸੀਂ ਗੱਲ ਕੀਤੀ ਹੈ। ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰੋ, ਮੈਂ ਉਹਦਾ ਜਵਾਬ ਦੇਣਾ। ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰੋ, ਮੈਂ ਉਹਦਾ ਦੇਣਾ। ਤੁਹਾਡੀ ਕੋਈ ਆਲੋਚਨਾ ਕੀਤੀ ਨਹੀਂ, ਜਿਵੇਂ ਤੁਸੀਂ ਕੱਲ ਸ਼ਾਮਲ ਹੋਏ ਹੋ, ਕਾਂਗਰਸ ਦਾ ਇੱਕ ਵੀ ਕਮੈਂਟ ਨਹੀਂ ਹੈ। ਮੈਂ ਤਾਂ ਹੀ ਆਖਿਆ ਤੁਸੀਂ ਜਿਹਦੀ ਗੱਲ ਕਰੋਗੇ ਮੈਂ ਤਾਂ ਉਹਦੀ ਗੱਲ ਕਰੂੰਗਾ। ਬਾਕੀ ਇਹ ਤੇ ਬਿਲਕੁਲ ਬੇਸਲੈਸ ਤੇ ਲਿਫਾਫਾ ਕਾਂਗਰਸ ਖਾਲੀ ਲਿਫਾਫਾ। ਬਿਲਕੁਲ ਧੰਨਵਾਦ ਜੋਸ਼ੀ ਸਾਹਿਬ, ਬਹੁਤ ਬਹੁਤ ਤੁਹਾਡਾ ਥੈਂਕ ਯੂ, ਬਹੁਤ ਧੰਨਵਾਦ। ਇਹ ਸਨ ਅਨਿਲ ਜੋਸ਼ੀ ਜਿਹੜੇ ਕਹਿ ਰਹੇ ਨੇ ਲੜਾਈ ਕਾਂਗਰਸ ਵਰਸਸ ਅਕਾਲੀ ਦਲ ਹੈ। ਉਹ ਕਹਿੰਦੇ ਆ ਮਾਡਲ ਪ੍ਰਕਾਸ਼ ਸਿੰਘ ਬਾਦਲ ਦਾ ਮਾਡਲ ਹੈ, ਪਰ ਉਹਨਾਂ ਨੇ ਕਿਹਾ ਬੁਲਾਇਆ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਨੇ ਵੀ ਸੀ। ਆਨੰਦਪੁਰ ਦਾ ਮਤਾ ਕਹਿੰਦੇ ਮੈਂ ਨਹੀਂ ਪੜ੍ਹਿਆ। ਦੇਖਦੇ ਹਾਂ ਹੁਣ ਅਕਾਲੀ ਦਲ ਦੀ ਰਾਜਨੀਤੀ ਕਿੱਧਰ ਨੂੰ ਜਾਏਗੀ, ਬੀਜੇਪੀ ਦੀ ਕਿੱਧਰ ਨੂੰ ਜਾਏਗੀ, ਕਾਂਗਰਸ ਦੀ ਕਿੱਧਰ ਨੂੰ ਤੇ ਆਪ ਦੀ ਕਿੱਧਰ ਨੂੰ।